Good morning, all, and welcome to Balaji Education Point. ਬੇਟੇ ਜਦ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਗਵਰਨਮੈਂਟ ਕਰਨੀ ਤੋਂ ਮਾਸਟਰ ਕੈਡਰ ਦੀ ਪੋਸਟ ਦਾ ਐਲਾਨ ਕੀਤਾ ਗਿਆ ਸੀ, ਅਨਾਉਂਸਮੈਂਟ ਕੀਤੀ ਗਈ ਸੀ। 12,772 ਪੋਸਟਾਂ ਬਾਰੇ ਦੱਸਿਆ ਗਿਆ ਸੀਗਾ, ਜਿਹਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਆਪਣੀ ਥਰਡ ਵੀਡੀਓ ਦੇ ਵਿੱਚ ਐਕਸਪਲੇਨ ਕਰ ਚੁੱਕਿਆ ਸੀ ਕਿ ਇਹਦੇ ਵਿੱਚੋਂ ਤੁਹਾਡੀ ਪੀਟੀਆਈ ਦੀ ਫਿਜ਼ੀਕਲ ਐਜੂਕੇਸ਼ਨ ਦੀ ਠੀਕ ਹੈ 2000 ਪਲੱਸ ਪੋਸਟ ਨਿਕਲਣੀਆਂ ਨੇ। ਵੈਸੇ ਅੱਜ ਦਾ ਵੇਟ ਕਰ ਲੈਣਾ, ਅੱਜ ਸ਼ਾਇਦ ਤੁਹਾਡੀ ਇਸ ਪੋਸਟ ਦੇ ਬਾਰੇ ਪਤਾ ਲੱਗ ਜਾਵੇ। ਠੀਕ ਹੈ, ਦੂਸਰੀ ਗੱਲ, ਇਹਦੇ ਵਿੱਚ ਕੱਲ ਆਪਣੇ ਐਜੂਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਨੇ ਗੱਲ ਕੀਤੀ ਸੀ ਕਿ ਪਲੱਸ 100 ਪੋਸਟ ਹੋਰ ਵੀ ਨਿਕਲਣ ਵਾਲੀਆਂ ਨੇ ਇਸ ਚੀਜ਼ ਦੀਆਂ। ਅਪਰੋਕਸੀਮੇਟਲੀ ਮੈਂ ਗੱਲ ਕਰਾਂ ਤਾਂ ਪੀਟੀ ਟੀਚਰ ਦੇ ਟੋਟਲ 2100 ਪੋਸਟ ਨਿਕਲਣ ਵਾਲੀਆਂ ਨੇ। ਠੀਕ ਹੈ, ਜਿਸ ਦੇ ਬਾਰੇ ਬਾਲਾਜੀ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਆਲਰੇਡੀ ਤੁਹਾਡੀ ਐਮਸੀਕਿਊਜ਼ ਦੇ ਬਾਰੇ ਸ਼ੁਰੂ ਹੋ ਚੁੱਕੀਆਂ ਕਲਾਸਿਸ। ਜਿਹਦੀ ਲਾਈਵ ਕਲਾਸਿਸ ਨੇ ਉਹ ਜਦੋਂ ਵੈਕੈਂਸੀ ਆ ਜਾਂਦੀ ਹੈ, ਆਊਟ ਹੋ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡੀ ਕਲਾਸਿਸ ਉਹਦੀ ਲਾਈਵ ਸਟਾਰਟ ਕਰ ਦਿੱਤੀ ਜਾਣਗੀਆਂ। ਮੈਂ ਬਾਰ-ਬਾਰ ਥਰਡ ਵੀਡੀਓ 'ਚ ਬੋਲ ਕੇ ਗਿਆ ਸੀ, ਫੋਰਥ ਵੀਡੀਓ ਦੇ ਵਿੱਚ ਆਪਣੀ ਜੋ ਅੱਜ ਫੋਰਥ ਵੀਡੀਓ ਉਹਦੀ ਸ਼ੁਰੂਆਤ ਕਰਨ ਚੱਲਣਾ। ਜਿਹੜੇ ਵੀ ਬੱਚੇ ਨੂੰ ਕੋਈ ਡਾਊਟ ਹੈ, ਠੀਕ ਹੈ, ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਠੀਕ ਹੈ, ਉਸ ਲਿੰਕ ਦੇ ਵਿੱਚ ਟੈਲੀਗ੍ਰਾਮ ਗਰੁੱਪ ਵੀ ਹੈ ਔਰ ਵਟਸਐਪ ਗਰੁੱਪ ਦਾ ਲਿੰਕ ਵੀ ਹੈ। ਤੁਸੀਂ ਉਸ ਦੇ ਵਿੱਚ ਆਪਣੇ ਕੋਈ ਵੀ ਅਗਰ ਡਾਊਟ ਹੈ ਜਾਂ ਕੁਝ ਵੀ ਕਲੈਰੀਫਾਈ ਕਰਨਾ ਹੈ, ਸਿਲੇਬਸ ਬਾਰੇ ਪੁੱਛਣਾ ਹੈ ਜਾਂ ਕੁਝ ਵੀ ਡਾਊਟ ਹੈ, ਕੁਐਸਚਨ ਦੇ ਬਾਰੇ ਵੀ ਹੈ, ਔਰ ਤੁਸੀਂ ਵਟਸਐਪ ਗਰੁੱਪ ਨੂੰ ਲਿੰਕ ਨੂੰ ਜੁਆਇਨ ਕਰਕੇ ਉਸ ਗਰੁੱਪ ਜੁਆਇਨ ਕਰ ਸਕਦੇ ਹੋ ਫਿਜ਼ੀਕਲ ਦਾ। ਦੈਨ ਉਸ ਤੋਂ ਕੋਈ ਵੀ ਅਗਰ ਤੁਹਾਡੀ ਡਾਊਟ ਹੁੰਦਾ ਤੁਸੀਂ ਪੁੱਛ ਸਕਦੇ ਹੋ। ਆਫਟਰ ਦੈਨ ਫਿਰ ਵੀ ਅਗਰ ਕੋਈ ਡਾਊਟ ਰਹਿ ਜਾਂਦਾ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ, ਨੰਬਰ ਹੈ ਦਾ ਕੰਟੈਕਟ ਨੰਬਰ ਇਜ਼ 9646810103। ਇਸ ਨੰਬਰ ਦੇ ਉੱਤੇ ਤੁਸੀਂ ਆਪਣਾ ਕੋਈ ਵੀ ਆਪਣਾ ਜੋ ਵੀ ਡਾਊਟ ਹੈ ਉਹ ਪੁੱਛ ਸਕਦੇ ਹੋ। ਠੀਕ ਹੈ ਜੀ, ਜਿਵੇਂ ਕਿ ਇਹ ਮੈਂ ਪਹਿਲਾਂ ਦੱਸ ਚੁੱਕਿਆ ਸੀ, ਫਿਜ਼ੀਕਲ ਐਜੂਕੇਸ਼ਨ ਦਾ ਜੋ ਕਰਵਾਇਆ ਜਾ ਰਿਹਾ ਹੈ ਇਹ ਆਲਰੇਡੀ ਪਹਿਲਾਂ 2 ਟੀਚਰਸ ਕਵਰ ਕਰਵਾ ਰਹੇ ਨੇ। ਵਨ ਜੋ ਪਹਿਲਾਂ ਕਰਵਾ ਚੁੱਕੇ ਨੇ, ਸੈਕਿੰਡ ਵਨ ਜੋ ਮੈਂ ਆ, ਆਈ ਮੀਨ ਟੂ ਸੇ ਮਾਈ ਸੈਲਫ ਇਜ਼ ਰਾਹੁਲ ਗੋਇਲ। ਠੀਕ ਹੈ ਜੀ, ਉਹ ਕੰਪਲੀਟ ਕਵਰ ਕਰਵਾਵਾਂਗੇ ਇਸ ਸਿਲੇਬਸ ਦੇ ਵਿੱਚ। ਤੁਹਾਨੂੰ ਲਾਈਵ ਕਲਾਸਿਸ ਦੇ ਵਿੱਚ ਟੋਟਲ PDF ਮਿਲੇਗਾ ਹਰੇਕ ਪ੍ਰੋਪਰ ਆਪਣੇ ਟੌਪਿਕ ਦਾ, ਪਲੱਸ ਉਸ ਦੀ ਲਾਈਵ ਵੀਡੀਓਜ਼ ਮਿਲਣਗੀਆਂ। ਠੀਕ ਹੈ ਜੀ, ਲਾਈਵ ਵੀਡੀਓਜ਼ ਮਿਲਣਗੀਆਂ। ਉਸ ਤੋਂ ਬਾਅਦ ਪਲੱਸ ਇਹਦੇ ਜੋ ਵੀ ਨਾਲ ਦੇ MCQs ਹੋਣਗੇ ਉਹ ਤੁਹਾਨੂੰ ਨਾਲ ਮਿਲੇਗੀ। ਇਸ ਦੇ ਨਾਲ ਇਸ ਵਾਰੀ ਨਏ ਸੈਸ਼ਨ ਦੇ ਅਕੋਰਡਿੰਗ, ਨਏ ਸਾਲ ਦੇ ਅਕੋਰਡਿੰਗ MCQ ਸੀਰੀਜ਼ ਵੀ ਦਿੱਤੀ ਜਾਏਗੀ ਤੁਹਾਨੂੰ, ਤਾਂ ਕਿ ਤੁਸੀਂ ਆਪਣੇ ਉਸ MCQ ਟੈਸਟ ਸੀਰੀਜ਼ ਦਾ ਤੁਸੀਂ ਯੂਜ਼ ਕਰ ਸਕੋ। ਆਉਣ ਵਾਲੇ ਜੋ ਵੀ ਫਿਜ਼ੀਕਲ ਐਜੂਕੇਸ਼ਨ ਦੀਆਂ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੋ ਵੀ ਵੈਕੈਂਸੀਜ਼ ਆਊਟ ਹੋਣਗੀਆਂ, ਚਾਹੇ ਆਪਣੀ ਸਟੇਟ ਦੇ ਵਿੱਚ ਹੁੰਦੀਆਂ ਜਾਂ ਫਿਰ ਅਨਦਰ ਸਟੇਟ ਦੇ ਵਿੱਚ ਗੱਲ ਕੀਤੀ ਜਾਵੇ ਤਾਂ। ਠੀਕ ਹੈ, ਥਰਡ ਵੀਡੀਓ ਆਲਰੇਡੀ ਕੰਪਲੀਟ ਹੋ ਚੁੱਕੀ ਸੀ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਦੇ ਨਾਲ। ਅੱਜ ਜੋ ਫੋਰਥ ਵੀਡੀਓ ਤੁਹਾਡੀ ਮੇਰੇ ਨਾਲ ਸਟਾਰਟ ਹੋਣ ਜਾ ਰਹੀ ਹੈ ਉਹ ਤੁਹਾਡੀ ਮਾਡਰਨ ਹਿਸਟਰੀ ਦੇ ਨਾਲ ਸਟਾਰਟ ਕਰਨ ਜਾ ਰਹੇ ਹਾਂ। ਮੈਨੇ ਕੱਲ ਗੱਲ ਕੀਤੀ ਸੀ ਆਪਣੀ ਫਿਜ਼ੀਕਲ ਐਜੂਕੇਸ਼ਨ ਵੀਡੀਓ ਦੇ ਅਕੋਰਡਿੰਗ ਕਿ ਥਰਡ ਵੀਡੀਓ 'ਚ ਮੈਂ ਤੁਹਾਨੂੰ ਐਂਸ਼ੀਅੰਟ ਟਾਈਮ ਦੀ ਗੱਲ ਕੀਤੀ ਸੀ, ਫਿਜ਼ੀਕਲ ਐਜੂਕੇਸ਼ਨ ਕਿੱਥੋਂ ਸਟਾਰਟ ਕੀਤੀ ਗਈ ਸੀ, ਕੌਣ ਉਸਦੇ ਫਾਦਰ ਸੀਗੇ, ਮਤਲਬ ਕਿ ਇੰਡੀਆ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਫਾਦਰ ਕੌਣ ਸੀ, ਔਰ ਜਿਨ੍ਹਾਂ ਨੇ ਸੈਟਅਪ ਕੀਤਾ ਸੀ ਐਜੂਕੇਸ਼ਨ ਡਿਪਾਰਟਮੈਂਟ, ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ, ਉਹ ਕੌਣ ਸੀਗੇ। ਠੀਕ ਹੈ, ਇਸ ਚੀਜ਼ ਦੀ ਗੱਲ ਕੀਤੀ ਸੀ ਮੈਂ ਤੁਹਾਡੇ ਨਾਲ। ਅੱਜ ਕਰਨ ਜਾ ਰਿਹਾ ਐਂਸ਼ੀਅੰਟ ਟਾਈਮ ਤੋਂ ਹਟ ਕੇ ਮਾਡਰਨ ਹਿਸਟਰੀ ਗੱਲ ਕਰਾਂਗੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਕਿਹੜੇ ਡਿਪਾਰਟਮੈਂਟ ਆਪਣੇ ਇੰਡੀਆ ਦੇ ਵਿੱਚ ਨੇ, ਉਹ ਇੱਕ ਦੋ ਕੁਐਸਚਨ ਦੀ ਗੱਲ ਕਰਾਂਗੇ ਜੋ ਆਪਣੇ ਪੰਜਾਬ ਦੇ ਅਕੋਰਡਿੰਗ ਨੇ। ਠੀਕ ਹੈ ਬੇਟੇ, ਲੇਕਿਨ ਇਸ ਟੌਪਿਕ ਨੂੰ ਧਿਆਨ ਨਾਲ ਪੜ੍ਹਨਾ ਹੈ। ਥੋੜੇ ਪਜ਼ਲਿੰਗ ਕੁਐਸਚਨ ਤੁਹਾਨੂੰ ਜ਼ਰੂਰ ਮਿਲਣਗੇ, ਬਟ ਚੰਗੀ ਤਰ੍ਹਾਂ ਇੱਕ ਹਿਸਟਰੀ ਜਿਵੇਂ ਹੈਗੀ ਕਹਾਣੀ ਹੁੰਦੀ ਜਿਸ ਤਰ੍ਹਾਂ, ਉਸ ਤਰ੍ਹਾਂ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਹਾਂ ਦੇਖੋ ਜੀ, ਫਸਟ ਕੁਐਸਚਨ ਹੈ ਜਿਵੇਂ ਕਿ ਅਰੇਂਜ ਦਾ ਫੋਲੋਇੰਗ ਕੋਰਸਿਸ ਆਫ ਡਿਪਲੋਮਾ। ਹੁਣ ਜਿਵੇਂ ਕਿ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਆਪਾਂ ਕੱਲ ਫॉर ਥਰਡ ਵੀਡੀਓ ਦੇ ਵਿੱਚ ਅਸੀਂ ਐਂਸ਼ੀਅੰਟ ਬਾਰੇ ਗੱਲ ਕੀਤੀ ਸੀ, ਪੁਰਾਣੇ ਜ਼ਮਾਨੇ ਬਾਰੇ ਗੱਲ ਕੀਤੀ ਸੀ। ਪੁਰਾਣੇ ਟਾਈਮ ਦੇ ਵਿੱਚ ਲੋਕੀ ਫਿਜ਼ੀਕਲ ਐਜੂਕੇਸ਼ਨ ਕਿਸ ਤਰ੍ਹਾਂ ਮੰਨਦੇ ਸੀ, ਕਿਹੜੀ ਚੀਜ਼ਾਂ ਉਹਦੇ ਵਿੱਚ ਰੱਖੀ ਜਾਂਦੀਆਂ ਸੀ। ਜਿਵੇਂ ਕਿ ਉਸ 'ਚ ਦੱਸਿਆ ਸੀ ਵੀ ਉਸ 'ਚ ਪ੍ਰੈਕਟੀਕਲ ਨੌਲੇਜ ਵੱਧ ਤੋਂ ਵੱਧ ਦਿੱਤੀ ਜਾਂਦੀ ਸੀ, ਹੈ ਨਾ। ਚਾਹੇ ਉਹ ਤੁਹਾਡੇ ਆਪਣੇ ਕੋਈ ਸਮੁੰਦਰ ਦੇਵਤਾ ਨੇ ਜਾਂ ਤੁਹਾਡੇ ਆਪਣੇ ਆਕਾਸ਼ ਦੇਵਤਾ ਨੇ, ਉਹਨਾਂ ਨੇ ਵੀ ਫਿਜ਼ੀਕਲ ਐਜੂਕੇਸ਼ਨ ਦੀਆਂ ਤਿਆਰੀਆਂ ਕੀਤੀਆਂ ਸੀ, ਪ੍ਰੈਕਟੀਕਲ ਬਾਰੇ ਸੋਚਿਆ ਸੀ। ਲੇਕਿਨ ਜੋ ਸਾਡਾ ਅੱਜ ਮਾਡਰਨ ਕੰਸੈਪਟ ਹੈ, ਮਾਡਰਨ ਹਿਸਟਰੀ ਹੈ ਫਿਜ਼ੀਕਲ ਐਜੂਕੇਸ਼ਨ ਦੀ, ਉਹ ਪ੍ਰੈਕਟੀਕਲ ਨੌਲੇਜ ਵੀ ਲੈ ਕੇ ਆਉਂਦਾ ਹੈ, ਉਸ ਚੀਜ਼ ਨੂੰ ਉਹ ਸਬਜੈਕਟਿਵ ਵੀ ਮੰਨਦਾ। ਇਹ ਧਿਆਨ ਰੱਖਣਾ, ਕਿਉਂਕਿ ਸਬਜੈਕਟ ਹੈ ਤਾਂ ਸਬਜੈਕਟ ਦੇ ਅਕੋਰਡਿੰਗ ਇਹਦੇ ਕੋਰਸਿਸ ਵੀ ਹੋਣਗੇ। ਕੋਰਸਿਸ ਨੂੰ ਚਲਾਉਣ ਵਾਸਤੇ ਉਸ ਚੀਜ਼ ਦੇ ਐਜੂਕੇਸ਼ਨ ਮਤਲਬ ਕਿ ਉਸ ਦੇ ਡਿਪਾਰਟਮੈਂਟ ਵੀ ਹੋਣਗੇ, ਕਾਲਜਸ ਵੀ ਹੋਣਗੇ, ਇੰਸਟੀਟਿਊਟਸ ਵੀ ਹੋਣਗੇ, ਸਪੋਰਟਸ ਸੈਂਟਰਸ ਵੀ ਹੋਣਗੇ। ਉਸ ਚੀਜ਼ ਦੀ ਆਪਾਂ ਗੱਲ ਕਰਾਂਗੇ। ਉਸ ਦੇ ਨਾਲ ਫਸਟ ਕੁਐਸਚਨ ਮਿਲਦਾ ਜੁਲਦਾ ਕੁਐਸਚਨ ਇਹੀ ਹੈ, ਅਰੇਂਜ ਦੀ ਫਲੋਇੰਗ ਕੋਰਸਿਸ ਆਫ ਡਿਪਲੋਮਾ ਔਰ ਡਿਗਰੀ। ਜਾਂ ਤਾਂ ਡਿਪਲੋਮੇ ਬਾਰੇ ਗੱਲ ਕੀਤੀ ਗਈ ਹੈ ਜਾਂ ਗੱਲ ਕੀਤੀ ਗਈ ਤੁਹਾਡੀ ਆਪਣੀ ਡਿਗਰੀਜ਼ ਦੇ ਬਾਰੇ। in the physical education in chronological order.
ਕ੍ਰੋਨੋਲੋਜੀਕਲ ਆਰਡਰ ਮਤਲਬ ਹੁੰਦਾ ਹੈ ਵੀ ਕਿਹੜੇ ਕੋਰਸਿਸ ਜਿਹੜੇ ਕੀਤੇ ਜਾਂਦੇ ਨੇ ਕਿਹਦੇ ਦੌਰਾਨ, ਡਿਪਲੋਮਾ ਕਿਹੜੇ ਜੋ ਫਿਜ਼ੀਕਲ ਐਜੂਕੇਸ਼ਨ 'ਚ ਕੀਤੇ ਜਾਂਦੇ ਨੇ, ਉਹ ਕਿਹੜੀ ਡਿਗਰੀਜ਼ ਨੇ ਉਹ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਰਵਾਈ ਜਾਂਦੀਆਂ ਨੇ। ਮਤਲਬ ਡਿਪਲੋਮਾ ਔਰ ਡਿਗਰੀ ਕਿਹੜੀ ਜੋ ਫਿਜ਼ੀਕਲ ਐਜੂਕੇਸ਼ਨ 'ਚ ਕਰਵਾਈ ਜਾਂਦੀਆਂ ਨੇ। ਆਲ ਓਵਰ ਇੰਡੀਆ ਦੇ ਵਿੱਚ ਗੱਲ ਕੀਤੀ ਜਾਵੇ ਤੁਹਾਡੀ ਆਪਣੀ 4 ਬਣਦੀਆਂ ਨੇ, ਬਟ ਜਿਹੜੀ 4 ਹੀ ਕਰਨੀਆਂ ਨੇ ਤੁਹਾਨੂੰ ਕ੍ਰੋਨੋਲੋਜੀਕਲ ਆਰਡਰ ਦੇ ਅਕੋਰਡਿੰਗ ਕਰਨੀਆਂ ਨੇ। ਕਿਹੜੀ ਪਹਿਲਾਂ ਆਉਂਦੀ ਹੈ, ਕਿਹੜੀ ਫਸਟ ਇਨ ਫਸਟ ਆਊਟ ਹੋਊਗੀ, ਕਿਹੜੀ ਲਾਸਟ ਇਨ ਫਸਟ ਆਊਟ, ਮਤਲਬ ਕਿ ਕਿਹੜੀ ਲਾਸਟ ਇਨ ਲਾਸਟ ਆਊਟ ਹੋਊਗੀ, ਸਭ ਤੋਂ ਪਹਿਲਾਂ ਕਿਹੜੀ ਹੋਏਗੀ, ਲਾਸਟ ਵਿੱਚ ਕਿਹੜੀ ਹੋਏਗੀ। ਪਹਿਲੀ ਗੱਲ ਤਾਂ ਜੇ ਡਿਪਲੋਮੇ ਬਾਰੇ ਕੀਤੀ ਜਾਵੇ ਤਾਂ ਇਸ MCQs ਦੇ ਅਕੋਰਡਿੰਗ ਇੱਕੋ ਹੀ ਹੈ ਆਪਸ਼ਨ। ਪਹਿਲੀ ਤਾਂ ਆ ਜੂਗੀ ਡਿਪਲੋਮਾ, ਜੋ ਸਾਡੇ ਵਾਸਤੇ ਹੁੰਦੀ ਹੈ DPED, ਜਿਹਦਾ ਮਤਲਬ ਹੁੰਦਾ ਹੈ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ। ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ, ਇਹ ਧਿਆਨ ਰੱਖਣਾ, ਇਹਦੀ ਫੁੱਲ ਫਾਰਮ ਨਾਲ ਦੀ ਨਾਲ ਰੱਖਣਾ। ਕਈ ਵਾਰ ਪੇਪਰ ਈਜ਼ੀ ਆ ਜਾਂਦਾ, ਆਪਾਂ ਪੜ੍ਹ ਕੇ ਮੁਸ਼ਕਿਲ ਵਾਲੇ ਚਲੇ ਜਾਂਦੇ, ਪੇਪਰ ਆ ਜਾਂਦਾ ਈਜ਼ੀ। ਦੈਨ ਉਸ ਤੋਂ ਬਾਅਦ ਨਾਮ ਦੇ ਅਕੋਰਡਿੰਗ ਪਤਾ ਲੱਗ ਗਿਆ। ਫਿਰ ਅੱਗੇ ਆਉਂਦੇ ਤੁਹਾਡੀ ਫਸਟ ਹੈ ਤੁਹਾਡੀ BPE, ਇਹਦਾ ਮਤਲਬ ਹੁੰਦਾ ਹੈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ। ਥੋੜਾ ਜਿਹਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਡਿਪਲੋਮਾ ਤੋਂ ਬਾਅਦ ਬੱਚਾ ਕਿੱਥੇ ਚਲਾ ਜਾਂਦਾ, ਆਪਣਾ ਬੈਚਲਰ ਡਿਗਰੀ 'ਚ ਚਲਾ ਜਾਂਦਾ, ਜਾਂ ਕਈ ਬੱਚੇ +2 ਤੋਂ ਬਾਅਦ ਹੀ ਸਿੱਧਾ ਬੈਚਲਰ ਡਿਗਰੀ ਨੂੰ ਲੈ ਕੇ ਆਉਂਦੇ ਨੇ, ਠੀਕ ਹੈ। ਉਸ ਤੋਂ ਬਾਅਦ C ਆਪਸ਼ਨ ਹੈ ਤੁਹਾਡੀ ਆਪਣੀ BPES, ਇਹਦਾ ਮਤਲਬ ਕੀ ਹੁੰਦਾ ਹੈ, ਫੁੱਲ ਫਾਰਮ ਸੇਮ ਹੁੰਦੀ ਹੈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ, ਠੀਕ ਹੈ ਜੀ, ਬਿਲਕੁਲ ਸੇਮ ਹੁੰਦਾ ਇਹਦੇ ਵਿੱਚ, ਬਟ ਨਾਲ ਦੀ ਨਾਲ ਪਿੱਛੇ ਨਾਲ ਲਿਖਾ ਦਿੱਤਾ ਜਾਂਦਾ ਐਂਡ ਸਪੋਰਟਸ। S ਸਟੈਂਡਸ ਫॉर ਸਪੋਰਟਸ, ਇਹਦਾ ਮਤਲਬ ਹੁੰਦਾ ਹੈ ਕਿ ਹਾਂ ਇਹ 'ਚ ਸਪੋਰਟਸ ਬਾਰੇ ਵੀ ਨੌਲੇਜ ਦਿੱਤੀ ਜਾਊਗੀ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ BPED, ਇਹਦੀ ਫੁੱਲ ਫਾਰਮ ਹੁੰਦੀ ਹੈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਦਾ ਸੇਮ ਹੀ ਹੋਏਗਾ, ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਦਾ ਸੇਮ ਹੀ ਹੈ, ਪਰ ਜਿਹੜੇ ਪਿੱਛੇ D ਲੱਗਿਆ ਉਹਦਾ ਮਤਲਬ ਕੀ ਹੁੰਦਾ ਹੈ ਡਿਗਰੀ, ਮਤਲਬ ਕਿ ਇੱਕ ਬੰਦਾ ਹੋਲਡਰ ਹੋ ਜਾਂਦਾ ਇਸ ਚੀਜ਼ ਦਾ, ਠੀਕ ਹੈ। ਹੁਣ ਕ੍ਰਮਵਾਰ ਦੀ ਗੱਲ ਕਰਨ ਜਾ ਰਿਹਾ ਸੀ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਏਗਾ। ਸਭ ਤੋਂ ਪਹਿਲਾਂ ਬੱਚਾ ਇੱਕ ਡਿਪਲੋਮਾ ਕਰਦਾ, ਦੈਨ ਉਸ ਤੋਂ ਬਾਅਦ ਆਪਣੇ ਆਪ ਨੂੰ ਇਹ ਨੰਬਰ 1 ਤੇ, ਉਸ ਤੋਂ ਬਾਅਦ ਸਭ ਤੋਂ ਬਾਅਦ ਸੈਕਿੰਡ ਨੰਬਰ 'ਤੇ ਬੱਚਾ ਬੈਚਲਰ ਡਿਗਰੀ ਰੱਖਦਾ, ਥਰਡ ਡਿਗਰੀ ਕੰਪਲੀਟ ਕਰਦਾ, ਦੈਨ ਉਸ ਤੋਂ ਬਾਅਦ ਪ੍ਰੈਕਟੀਕਲ ਨੌਲੇਜ ਲੈਣ ਦੀ ਕੋਸ਼ਿਸ਼ ਕਰਦਾ, ਜਿਹਨੂੰ ਅਸੀਂ ਸਪੋਰਟਸ ਕੈਟਾਗਰੀ 'ਚ ਰੱਖਦੇ ਹਾਂ। ਤਾਂ ਆਪਸ਼ਨ ਹੋਏਗੀ ਕਿਹੜੀ, ਫਸਟ यानी कि बी ऑप्शन हो जी, सेकंड ए ऑप्शन हो जाएगी, थर्ड वाली डी ऑप्शन हो जाएगी और फोर्थ वाली सी ऑप्शन हो जाएगी। तो बी ए डी सी की फुल फॉर्म मतलब कि होनी चाहिए है, यदि आंसर्स होना जरूरी है। तो आंसर्स के अकॉर्डिंग थोड़ी लास्ट ऑप्शन है, जो लास्ट ऑप्शन की बनती है बी ए डी सी, बी का डी पी ई एड, ए का बी पी ई, डी बी पी ई एड और सी बी पी ई एस हो जाएगा। ठीक है जी। नैक्सट आओ सैकेंड क्वेश्चन, बार बार कह रहे हैं ये सारा मॉडर्न हिस्ट्री की आप गल कर रहे हैं। फिजिकल एजुकेशन के अकॉर्डिंग किहड़े स्पोर्ट्स सेंटर्स ने, किहड़े एजुकेशन डिपार्टमेंट जो फिजिकल एजुकेशन सैटअप करते हैं, किहड़ी सब तो पहले यूनिवर्सिटी इंडिया के आई सी। ठीक है जी। पंजाब च किहड़ा स्पोर्ट्स सेंटर है, पर पटियाला दे विच है वैसे तो फिजिकल एजुकेशन का, बट म्यूजियम कित्थे है, स्पोर्ट्स म्यूजियम कित्थे है, वो सारी आपां हुण गल करांगे। ठीक है जी। सैकेंड है पोस्ट ग्रेजुएशन कोर्सिस इन फिजिकल एजुकेशन। हुण गल कीती गई इहदे विच पीजी कोर्सिस सी कि जो फिजिकल एजुकेशन पीजी कोर्सिस सैटअप किए जाते हैं इंडिया के विच फस्ट टाइम कित्थे कीते गए सी। ये ध्यान रखना, इंडिया के विच कदों सैटअप किए गए सी, ईयर की गल की गई उन्होंने। तो ईयर आएगा तुहाडा अपना 1963। किहड़ा आएगा तुहाडा अपना 1963। किहड़ा इंस्टीट्यूशन सी जिन्होंने किया सी, इस चीज़ का मैं तुहानूं दोहराया होमवर्क, किहड़ी मतलब कि किहड़ी यूनिवर्सिटी सी, किहड़ा एजुकेशन सेंटर सी जिन्हें 1963 जी सब तो पहले इंडिया के विच कीता सी। ईयर है 1963, बट किने किया सी वो तुसीं आप जवाब दोगे। ये तुहाडे वास्ते होमवर्क है, ध्यान रखना, ये पूछूंगा जरूर अपनी नैक्सट वीडियो दे विच तुहाडे नाल। ठीक है जी। नैक्सट ऑफ थर्ड क्वेश्चन है, वैन वॉज ऑल इंडिया एजुकेशन काउंसिल ऑफ स्पोर्ट्स फॉर्मड। कहता की है एक कौंसल बना दी गई सी स्पोर्ट्स सेंटर की, इंडिया के विच किहड़े ईयर दे विच बनी सी। हुण इत्थे इन्हां ने गल कीती ईयर दी, ठीक है, भी किहड़े ईयर दे विच बनी सी। तां ऑप्शन के अकॉर्डिंग ऑप्शन इक्को ही है 1954। ये ध्यान रखना, ऑप्शन इक्को ही है 1954। नेक्स्ट अगला क्वेश्चन है फोर्थ क्वेश्चन, इन विच ईयर वाज द नेशनल प्लान ऑफ फिजिकल एजुकेशन पब्लिश बाय द गवर्नमेंट ऑफ इंडिया। कहता की है किहड़े साल दे विच फिजिकल एजुकेशन डिपार्टमेंट जो गवर्नमेंट द्वारा सैटअप किया गया सी और इत्ते प्लैनिंग यानी कि कहता नैशनल प्लान का मतलब होता है कदों पॉलिसियां बननियां स्टार्ट हो गई सी। पॉलिसियां कह सकते हैं या गवर्नमेंट ने करो तो एडवांस प्लानिंग मैनी शुरू करती सी। एडवांसमेंट मतलब होंदा है भी हाँ किहड़ी प्लैनिंग करनी शुरू करती सी उस चीज़ के बारे, किहड़े साल दे विच। तो ऑप्शन एक ही है 1956 के विच इहदी प्लैनिंग शुरू कर दी गई सी भी हाँ
ਜਿਹੜੀ ਫਿਜ਼ੀਕਲ ਐਜੂਕੇਸ਼ਨ ਦੀ ਕੋਡਿੰਗ ਪਾਲਿਸੀਆਂ ਬਣਨੀ ਚਾਹੀਦੀਆਂ ਨੇ ਉਹ ਗਵਰਨਮੈਂਟ ਦੁਆਰਾ ਪਬਲਿਸ਼ ਕੀਤੀ ਜਾਣਗੀਆਂ ਤਾਂ ਕਿ ਉਹਦੇ ਉੱਤੇ ਗਵਰਨਮੈਂਟ ਦੇ ਨਾਲ ਨਾਲ ਇੱਕ ਜਿਹੜਾ ਸਾਡੇ ਇੰਡੀਆ ਦਾ ਲਾਈਕ ਇੱਕ ਪਲੇਅਰ ਵੀ ਹੈ ਜਾਂ ਫਿਰ ਇੱਕ ਕਹਿ ਸਕਦੇ ਆਡੀਅੰਸ ਵੀ ਹੈ ਉਸ ਚੀਜ਼ ਦਾ ਡਿਸੀਜ਼ਨ ਲਿੱਤਾ ਜਾ ਸਕੇ ਉਹ ਲੈ ਸਕਣ ਠੀਕ ਹੈ ਜੀ। ਨੈਕਸਟ 5th ਕੁਐਸਚਨ ਹੈ ਹੂ ਵਾਜ਼ ਦਾ ਫਸਟ ਪ੍ਰੈਜ਼ੀਡੈਂਟ ਮੋਸਟ ਇੰਪੋਰਟੈਂਟ ਹੈ ਇਹ ਧਿਆਨ ਰੱਖਿਓ ਫਸਟ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਕਾਉਂਸਲ ਆਫ ਸਪੋਰਟਸ ਕੌਣ ਸੀਗਾ। ਪਹਿਲੀ ਗੱਲ ਤਾਂ ਆਲ ਆਫ ਇੰਡੀਆ ਕਾਉਂਸਲ ਦੀ ਆਪਾਂ ਗੱਲ ਕੀਤੀ ਸੀਗੀ ਵੀ ਕਾਉਂਸਲ ਕਦੋਂ ਬਣੀ ਸੀ ਤਾਂ ਤੁਹਾਨੂੰ ਪਤਾ ਹੀ ਹੈ ਆਪਸ਼ਨ ਦੇ ਅਕੋਰਡਿੰਗ 3rd ਕੁਐਸਚਨ ਤੁਸੀਂ ਕਰਕੇ ਆਏ ਸੀ ਮੇਰੇ ਨਾਲ ਠੀਕ ਹੈ ਜੀ। ਹੁਣ ਉਸ ਦਾ ਫਸਟ ਪ੍ਰੈਜ਼ੀਡੈਂਟ ਕੌਣ ਬਣਿਆ ਸੀ ਮੈਂ ਦੁਬਾਰਾ ਤੋਂ ਰਿਪੀਟ ਕਰ ਦੇਣਾ ਕਿ ਜਿਹੜਾ ਤੁਹਾਡਾ ਆਪਣਾ ਆਲ ਇੰਡੀਆ ਕਾਉਂਸਲ ਦੀ ਸਪੋਰਟਸ ਦਾ ਬਣੀ ਸੀ ਫਾਰਮ ਕੀਤੀ ਗਈ ਸੀ ਇਹ ਤੁਸੀਂ ਮੇਰੇ ਨਾਲ ਹੁਣੀ ਕਵਰ ਕਰਕੇ ਆਏ ਸੀਗੇ 3rd ਕੁਐਸਚਨ ਦੇ ਵਿੱਚ 1954 ਦੇ ਵਿੱਚ ਇਹ ਕਾਉਂਸਲਸ ਕੀ ਕੀਤੀ ਗਈ ਸੀ ਫਾਰਮ ਕੀਤੀ ਗਈ ਸੀ ਹੈ ਨਾ। ਉਸ ਟਾਈਮ ਦੇ ਵਿੱਚ ਇਹਦਾ ਫਸਟ ਪ੍ਰੈਜ਼ੀਡੈਂਟ ਕੌਣ ਬਣਿਆ ਸੀ ਤਾਂ ਆਪਸ਼ਨਾਂ ਦੇ ਅਕੋਰਡਿੰਗ ਕੀ ਹੈ ਧਿਆਨ ਰੱਖਿਓ 2 ਕੁਐਸਚਨ ਬਰਾਬਰ ਦੇ ਬਣਨਗੇ। ਇੱਕ ਤਾਂ ਬਣੇਗਾ ਕੁਐਸਚਨ ਕਿ ਸਪੋਰਟਸ ਕਦੋਂ ਬਣਿਆ ਸੀ ਕਾਉਂਸਲਸ ਕਦੋਂ ਬਣੀਆਂ ਸੀਗੀਆਂ 1954 ਦੇ ਵਿੱਚ ਤੇ ਉਸ ਤੋਂ ਬਾਅਦ ਇਹਦਾ ਫਸਟ ਪ੍ਰੈਜ਼ੀਡੈਂਟ ਕੌਣ ਸੀਗਾ ਤਾਂ ਜਨਰਲ KM ਕਰੀਅੱਪਾ ਇਹ ਧਿਆਨ ਰੱਖਣਾ ਜਨਰਲ KM ਕਰੀਅੱਪਾ ਇਜ਼ ਦ ਫਸਟ ਪ੍ਰੈਜ਼ੀਡੈਂਟ ਸੀ ਕਿਹਦੇ ਔਰ ਇੰਡੀਆ ਕਾਉਂਸਲਸ ਦੇ ਵੀ ਸਾਰੇ ਸਪੋਰਟਸ ਸੈਂਟਰ ਚਾਹੇ ਤੁਹਾਡੀ ਈਵਨ ਕੋਈ ਇੰਸਟੀਟਿਊਸ਼ਨਸ ਨੇ ਉਹ ਇਸ ਕਾਉਂਸਲ ਦੇ ਅੰਡਰ ਆਉਣਗੀਆਂ। ਬਣੀ ਕੌਣ ਸੀ 1954 ਦੇ ਵਿੱਚ ਔਰ ਇਹ ਪ੍ਰੈਜ਼ੀਡੈਂਟ ਕੌਣ ਸੀ ਤੁਹਾਡੇ ਆਪਣੇ ਜਨਰਲ KM ਕਰੀਅੱਪਾ ਇਹ ਧਿਆਨ ਰੱਖਣਾ ਠੀਕ ਹੈ ਜੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਅਗਲਾ ਮੈਂ ਬਾਰ-ਬਾਰ ਫਿਰ ਰਿਪੀਟ ਕਰ ਰਿਹਾ ਜਿਹੜੇ ਕੁਐਸਚਨਸ ਤੁਹਾਨੂੰ ਅੱਜ ਕਰਵਾਏ ਜਾ ਰਹੇ ਨੇ ਇਹਦਾ ਵੀ YouTube ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਟੈਲੀਗ੍ਰਾਮ ਗਰੁੱਪ ਮਿਲ ਜਾਣਾ ਠੀਕ ਹੈ ਜੀ। ਉਸ ਤੋਂ WhatsApp ਗਰੁੱਪ ਮਿਲ ਜਾਣਾ ਇਸ ਦੇ ਵਿੱਚ ਤੁਸੀਂ ਆਪਣੇ ਕੋਈ ਵੀ ਡਾਊਟਸ ਗਰੁੱਪ ਨੂੰ ਜੁਆਇਨ ਕਰਨ ਤੋਂ ਬਾਅਦ ਕੋਈ ਡਾਊਟ ਹੈ ਤਾਂ ਉਹ ਤੁਸੀਂ ਪੁੱਛ ਸਕਦੇ ਹੋ ਠੀਕ ਹੈ। ਧਿਆਨ ਰੱਖਣਾ ਬੇਟੇ ਠੀਕ ਹੈ ਕਿਉਂਕਿ ਜਿਹੜੇ ਕੁਐਸਚਨਸ ਤੁਹਾਨੂੰ ਅੱਜ ਕਰਵਾਏ ਜਾ ਰਹੇ ਨੇ ਉਹ 3rd ਵੀਡੀਓ 'ਚ ਕਵਰ ਕੀਤੇ ਸੀ ਇਹ ਡਿਫਰੈਂਟ ਸਟੇਟਸ ਵਿੱਚ ਪੁੱਛੇ ਗਏ ਸੀਗੇ ਉਹਨਾਂ ਦੇ ਪੇਪਰ ਦੇ ਵਿੱਚ ਐਗਜ਼ਾਮ ਦੇ ਵਿੱਚ ਇਸ ਕਰਕੇ ਪੰਜਾਬ ਦੇ ਪੇਪਰ ਵਾਸਤੇ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਡਿਫਰੈਂਟ ਸਟੇਟਸ ਵਿੱਚ ਕੁਐਸਚਨ ਪੁੱਛੇ ਗਏ ਨੇ ਉਹ ਤੁਹਾਡੇ ਸਾਹਮਣੇ ਰੱਖ ਸਕੀਏ ਠੀਕ ਹੈ ਜੀ। 6th ਕੁਐਸਚਨ ਹੈ ਵਿਚ ਯੂਨੀਵਰਸਿਟੀ ਇਜ਼ ਕਾਲਡ ਦਾ ਸਪੋਰਟਸ ਯੂਨੀਵਰਸਿਟੀ ਆਫ ਇੰਡੀਆ ਕਿਹੜੀ ਯੂਨੀਵਰਸਿਟੀਜ਼ ਨੂੰ ਪਹਿਲੀ ਗੱਲ ਦਾ ਧਿਆਨ ਰੱਖਿਓ ਕਿਹੜੀ ਯੂਨੀਵਰਸਿਟੀ ਨੂੰ ਸਪੋਰਟਸ ਯੂਨੀਵਰਸਿਟੀ ਆਫ ਇੰਡੀਆ ਬੋਲਦੇ ਆ ਕਿਹੜੀ ਯੂਨੀਵਰਸਿਟੀ ਨੂੰ ਸਪੋਰਟਸ ਯੂਨੀਵਰਸਿਟੀ ਆਫ ਇੰਡੀਆ ਬੋਲਦੇ ਆ ਵੀ ਜਿੱਥੇ ਸਪੋਰਟਸ ਦੇ ਅਕੋਰਡਿੰਗ ਸਾਰੀ ਚੀਜ਼ਾਂ ਕੀਤੀ ਜਾ ਸਕਦੀਆਂ ਨੇ ਮਤਲਬ ਕੀ ਹੈ ਵਿਚ ਯੂਨੀਵਰਸਿਟੀ ਇਜ਼ ਕਾਲਡ ਦਾ ਸਪੋਰਟਸ ਯੂਨੀਵਰਸਿਟੀ ਆਫ ਇੰਡੀਆ ਤਾਂ ਆਪਸ਼ਨ ਦੇ ਅਕੋਰਡਿੰਗ ਕੀ ਹੈ ਲక్ష్ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਇਹ ਇੱਕ ਯੂਨੀਵਰਸਿਟੀ ਦਾ ਨਾਮ ਹੈ ਲక్ష్ਮੀ ਬਾਈ ਨੈਸ਼ਨਲ ਇੰਸਟੀਚਿਊਟ ਫਿਜ਼ੀਕਲ ਐਜੂਕੇਸ਼ਨ ਜੋ ਕਦੋਂ ਬਣਾਈ ਗਈ ਸੀ 1957 ਦੇ ਵਿੱਚ ਬਣਾਈ ਗਈ ਸੀ ਇਹ ਧਿਆਨ ਰੱਖਿਓ। ਨਾਮ ਕਿਹਦਾ ਰੱਖਿਆ ਹੋਇਆ ਹੈ ਲక్ష్ਮੀ ਬਾਈ ਤੁਹਾਨੂੰ ਇੱਥੋਂ ਯਾਦ ਹੋ ਜਾਏਗਾ 1857 ਦਾ ਰਿਵੋਲਟ ਤੁਹਾਨੂੰ ਸਭ ਨੂੰ ਯਾਦ ਹੋਊਗਾ ਜਿਹਦੇ ਵਿੱਚ ਰਾਣੀ ਲక్ష్ਮੀ ਬਾਈ ਜੀਤ ਤੋੜ ਕੇ ਲੜੀ ਸੀ ਠੀਕ ਹੈ ਜਿੱਤ ਦੇ ਵਾਸਤੇ ਉਸ ਤੋਂ ਪੂਰੇ 100 ਸਾਲ ਬਾਅਦ ਠੀਕ ਹੈ ਪੂਰੇ 100 ਈਅਰਸ ਤੋਂ ਬਾਅਦ ਇਹ ਯੂਨੀਵਰਸਿਟੀ ਕੀ ਕੀਤੀ ਗਈ ਸੈਟਅਪ ਕੀਤੀ ਗਈ ਸੀ ਉਹਨਾਂ ਦੇ ਨਾਂ ਤੇ ਹੀ ਨਾਮ ਕੀ ਹੈ ਨੈਸ਼ਨਲ ਲక్ష్ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ 1957 ਦੇ ਵਿੱਚ ਇਹ ਧਿਆਨ ਰੱਖਣਾ ਪੂਰੇ ਆਪਣੇ ਯੁੱਧ ਤੋਂ 100 ਸਾਲ ਬਾਅਦ ਉਹਨਾਂ ਦੇ ਨਾਂ ਤੇ ਕੀ ਬਣ ਗਈ ਸੀ ਤੁਹਾਡੀ ਆਪਣੀ ਯੂਨੀਵਰਸਿਟੀ ਬਣਾ ਦਿੱਤੀ ਗਈ ਸੀ ਠੀਕ ਹੈ ਜੀ। ਅੱਗੇ ਦੇਖੋ ਇਹ 'ਚ ਕੁਝ ਯੂਨੀਵਰਸਿਟੀ ਦੇ ਨਾਮ ਲਿਖੇ ਹੋਏ ਨੇ ਉਹ ਮੈਂ ਰਿਪੀਟ ਕਰ ਰਿਹਾ ਕਹਿੰਦਾ ਕਿ ਕੁਐਸਚਨ ਦੇ ਵਿੱਚ ਵਿਚ ਯੂਨੀਵਰਸਿਟੀ ਇਜ਼ ਕਾਲਡ ਦਾ ਸਪੋਰਟਸ ਯੂਨੀਵਰਸਿਟੀ ਆਫ ਇੰਡੀਆ ਕਿਹੜੀ ਯੂਨੀਵਰਸਿਟੀ ਨੂੰ ਅਸੀਂ ਸਪੋਰਟਸ ਆਫ ਇੰਡੀਆ ਦੀ ਯੂਨੀਵਰਸਿਟੀ ਕਹਿੰਦੇ ਆ ਤਾਂ ਯੂਨੀਵਰਸਿਟੀ ਹੈਗੀ ਤੁਹਾਡੀ ਆਪਣੀ ਲక్ష్ਮੀ ਬਾਈ ਨੈਸ਼ਨਲ ਇੰਸਟੀਟਿਊਸ਼ਨ ਆਫ ਫਿਜ਼ੀਕਲ ਐਜੂਕੇਸ਼ਨ। ਹੁਣ ਇਹਦੇ ਵਿੱਚ ਕੁਐਸਚਨ ਯੂਨੀਵਰਸਿਟੀ ਦਾ ਨਾਮ ਹੈ ਦਿੱਲੀ ਯੂਨੀਵਰਸਿਟੀ ਕਈ ਵਾਰ ਤਾਂ ਕੁਐਸਚਨ 'ਚ ਪੁੱਛ ਲੈਂਦੇ ਨੇ ਕਿ ਦਿੱਲੀ ਯੂਨੀਵਰਸਿਟੀ ਕਦੋਂ ਸੈਟਅਪ ਕੀਤੀ ਗਈ ਸੀ ਤੇ ਧਿਆਨ ਰੱਖਣਾ ਜਿਹੜੀ ਦਿੱਲੀ ਯੂਨੀਵਰਸਿਟੀ ਆ ਤੁਹਾਡੀ ਆਪਣੀ 1922 ਦੇ ਵਿੱਚ ਸੈਟਅਪ ਕੀਤੀ ਗਈ ਸੀ। ਸੀ ਆਪਸ਼ਨ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਇਹ ਜਿਹੜੀ ਤੁਹਾਡੀ ਆਈ ਸੀ 1916 ਦੇ ਵਿੱਚ ਆਈ ਸੀ 1916 ਦੇ ਵਿੱਚ ਕਈ ਵਾਰ ਅਗਰ ਪੁੱਛਦਾ ਕਿ ਇਹਦੀ ਡੇਟ ਕੀ ਹੋਏਗੀ ਤੇ ਇਹਦੀ ਡੇਟ ਹੋਏਗੀ 4th Feb 1916 ਦੀ ਡੇਟ ਹੋਏਗੀ। ਪਹਿਲਾਂ ਇਹਦਾ ਅਰਲੀਅਰ ਨਾਮ ਵੈਸੇ ਤਾਂ ਇਹਦੇ 2 ਨਾਮ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮੈਂ 3rd ਨਾਮ ਉਹ ਤੁਹਾਨੂੰ ਦੱਸ ਦੇਣਾ ਕਈ ਵਾਰ ਪੁੱਛ ਲੈਂਦੇ ਨੇ ਪੇਪਰ 'ਚ ਤੈਨੂੰ ਬੋਲਦੇ ਆ ਕਾਸ਼ੀ ਯੂਨੀਵਰਸਿਟੀ ਠੀਕ ਹੈ ਧਿਆਨ ਰੱਖਣਾ ਕਾਸ਼ੀ ਹਿੰਦੂ ਯੂਨੀਵਰਸਿਟੀ। ਵੈਸੇ ਤਾਂ ਜੀਕੇ ਦਾ ਕੁਐਸਚਨ ਬਣਦਾ ਬਟ ਮੈਂ ਤੁਹਾਨੂੰ ਪੁੱਛਣਾ ਦੱਸ ਦੂੰਗਾ ਕਿ ਪੁੱਛਦੇ ਕੀ ਲੈਂਦੇ ਨੇ ਕਈ ਵਾਰ ਪੁੱਛ ਲੈਂਦੇ ਨੇ ਵੀ ਬਨਾਰਸ ਦਾ ਦੂਸਰਾ ਨਾਮ ਕੀ ਹੋਊਗਾ ਜਾਂ ਬਨਾਰਸ ਜਗ੍ਹਾ ਤੇ ਦੂਸਰਾ ਨਾਮ ਰੱਖ ਦਿੰਦੇ ਨੇ ਤਾਂ ਕਾਸ਼ੀ ਹਿੰਦੂ ਵਿਸ਼ਵ ਵਿਦਿਆਲਿਆ ਯੂਨੀਵਰਸਿਟੀ ਇਹ ਧਿਆਨ ਰੱਖਣਾ ਪੇਪਰ 'ਚ ਪੁੱਛ ਲੈਂਦੇ ਨੇ ਵਿਸ਼ਵ ਵਿਦਿਆਲਿਆ ਠੀਕ ਹੈ ਹਾਂਜੀ। 3rd D ਆਪਸ਼ਨ ਆਉਂਦੀ ਹੈ ਤੁਹਾਡੀ ਆਪਣੀ NSNAS ਠੀਕ ਹੈ। ਹੁਣ NSNAS ਕਦੋਂ ਬਣੀ ਸੀ ਤੁਹਾਡੀ ਯੂਨੀਵਰਸਿਟੀ 1973 ਦੇ ਵਿੱਚ ਬਣੀ ਸੀ ਇਹ 73 ਵਾਲੀ ਕਿੱਥੇ ਪਾਈ ਗਈ ਹੈ ਤੁਹਾਡੀ ਆਪਣੀ
ਪਟਿਆਲਾ ਦੇ ਵਿੱਚ। ਇਹਦੀ ਫੁੱਲ ਫਾਰਮ ਕੀ ਹੈ ਉਹ ਤੁਹਾਨੂੰ ਮੈਂ ਅਗਲੇ ਕੁਐਸਚਨ 'ਚ ਦੱਸੂਗਾ। NAIS ਪਟਿਆਲਾ ਜੋ 1973 ਦੇ ਵਿੱਚ ਯੂਨੀਵਰਸਿਟੀ ਬਣਾਈ ਗਈ ਸੀ, ਸੈਟਅਪ ਕੀਤੀ ਗਈ ਸੀ। ਉਸ ਤੋਂ ਬਾਅਦ ਨੈਕਸਟ ਆਓ, ਅਗਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ, ਕਿਹੜੇ ਰਾਜਾ ਨੇ ਦਾ ਕਿੰਗ ਕਿਹੜੇ ਰਾਜਾ ਨੇ ਆਫ ਦੀ ਵਿਚ ਈਰਾ, ਕਿਹੜੇ ਈਰਾ ਦੇ ਵਿੱਚ ਕਿਹੜੇ ਯੋਗ ਦੇ ਵਿੱਚ ਬੈਨ ਯੋਗਾ ਉੱਤੇ ਕੀ ਲਗਾਤੀ ਸੀ, ਪਾਬੰਦੀ ਲਗਾਤੀ ਸੀ। ਕੀ ਲਗਾਤੀ ਸੀ? ਪਾਬੰਦੀ ਲਗਾਤੀ ਸੀ। ਤਾਂ ਮੁਸਲਿਮ ਪੀਰੀਅਡ ਦੇ ਵਿੱਚ ਸਿਰਫ ਇੱਕੋ ਹੀ ਆਪਸ਼ਨ ਬਣਦੀ ਹੈ, ਮੈਡੀਵਲ ਪੀਰੀਅਡ, ਹਿੰਦੂ ਪੀਰੀਅਡ ਔਰ ਵੈਦਿਕ ਪੀਰੀਅਡ, ਤਿੰਨੋਂ ਹੀ ਯੋਗਾ ਨੂੰ ਮੰਨਦੇ ਸੀਗੇ। ਲੇਕਿਨ ਜਦੋਂ ਮੁਸਲਿਮ ਪੀਰੀਅਡ ਸਟਾਰਟ ਹੋਇਆ ਤਾਂ ਉਸ ਟਾਈਮ ਦੇ ਵਿੱਚ ਯੋਗਾ ਦੇ ਵਿੱਚ ਕੀ ਲਗਾ ਦਿੱਤਾ ਸੀਗਾ? ਬੈਨ ਲਗਾਤਾ ਸੀਗਾ। ਠੀਕ ਹੈ ਜੀ। ਨੈਕਸਟ ਆਓ 8th ਕੁਐਸਚਨ, एंशियंट ओलंपिक स्टार्टेड विद विच इवेंट। कहता कि ये जो पुरानी ओलंपिक जो ओलंपिक सैटअप की गई सी, ये थोड़ी मेरे नाल वीडियो आएगी और 6 वीडियो होएगी ओलंपिक के उत्ते। ठीक है जी, आप उत्ते सारा डेटा करांगे। ओलंपिक मॉडर्न ओलंपिक किहड़ी हुंदी है, साल च किन्ने वारी हुंदी है, एंशियंट ओलंपिक किहड़ी हुंदी है, वो सारी चीज़ां आप उस लैक्चर दे विच करांगे। ठीक है, पर हुण क्वेश्चन की है, एंशियंट ओलंपिक कदों स्टार्ट की सी, किहड़े इवेंट च की गई सी। तो एक ध्यान रखना क्वेश्चन के विच, वैसे इत्थे मैंने जान के ऑप्शन पाई है। फर्स्ट ऑप्शन बनती है हॉर्स रेसिंग, ठीक है, और थर्ड ऑप्शन बनती है चैरियट रेसिंग। ठीक है, रथ दौड़ जिन्होंने ਅਸੀਂ बोलते हैं। ठीक है, ये थोड़ा जिहा फर्क है। हॉर्स रेसिंग ਦੇ ਵਿੱਚ ਇਕੱਲੇ ਘੋੜੇ ਭੱਜਦੇ ਨੇ, ठीक है, ਜਾਂ ਉੱਪਰ ਬੈਠਾ ਜਿਹੜਾ ਹੌਰਸ ਰਾਈਡਰ ਹੁੰਦਾ ਹੈ ਇੱਕ ਉਹ ਨਾਲ ਹੁੰਦਾ ਉਹਨਾਂ ਦੇ ਹੌਰਸ ਰੇਸਿੰਗ ਦੇ ਵਿੱਚ। ਲੇਕਿਨ ਇਹਦੇ ਵਿੱਚ ਕੀ ਹੁੰਦਾ, ਰੱਥ ਦੌੜ ਦੇ ਵਿੱਚ ਪੂਰਾ ਸੈਟਅਪ ਕੀਤਾ ਜਾਂਦਾ ਹੈ, ਘੋੜਾ ਵੀ ਹੁੰਦਾ, ਰੱਥ ਵਾਲਾ ਜੋ ਆਪਣਾ ਰਾਈਡਰ ਹੁੰਦਾ ਉਹ ਵੀ ਚਲਾਉਂਦਾ ਹੈ, ਪਿੱਛੇ ਕੋਈ ਨਾ ਕੋਈ ਬੰਦਾ ਵੀ ਖੜਾ ਹੁੰਦਾ ਤਾਂ ਕਿ ਉਹ ਰੇਸ ਲੱਗ ਸਕੇ। ਤੇ ਧਿਆਨ ਰੱਖਿਓ ਜਿਹੜੀ ਓਲੰਪਿਕ ਸਟਾਰਟ ਕੀਤੀ ਗਈ ਸੀ ਉਹ ਕਿਹੜੇ ਇਵੈਂਟ ਦੇ ਵਿੱਚ ਕੀਤੀ ਗਈ ਸੀਗੀ? ਰੱਥ ਦੌੜ ਦੇ ਵਿੱਚ ਕੀਤੀ ਗਈ ਸੀ। ਠੀਕ ਹੈ ਜੀ। ਨੈਕਸਟ ਆਓ 9th ਕੁਐਸਚਨ, ਮੈਚ ਲਿਸਟ ਫਸਟ ਐਂਡ ਸੈਕਿੰਡ। ਤੁਹਾਡੇ ਸਾਹਮਣੇ ਦੋ ਲਿਸਟਸ ਹੋਣਗੀਆਂ। ਠੀਕ ਹੈ, ਇਹ ਕੁਐਸਚਨ ਆਲਰੇਡੀ ਪਹਿਲਾਂ ਹੋ ਚੁੱਕਿਆ ਸੀ। ਦੋ ਲਿਸਟਾਂ ਹੋਣਗੀਆਂ, ਉਹ ਕਮੇਟੀ ਦੱਸਣੀ ਹੋਗੀ ਵੀ ਕਿਹੜੀ ਕਮੇਟੀ ਕਦੋਂ ਸੈਟਅਪ ਕੀਤੀ ਗਈ ਸੀ। ਪੇਪਰ 'ਚ ਪੁੱਛ ਲੈਂਦੇ ਨੇ ਕਈ ਵਾਰੀ। ਤਾਂ ਇਹ ਸਾਰੀਆਂ ਤੁਹਾਡੀਆਂ ਆਪਣੀਆਂ ਸਪੋਰਟਸ ਯੂਨੀਵਰਸਿਟੀ ਦੇ ਨਾਲ ਮਿਲਦੀ ਹੋਈ ਸੈਟਰੀਆਂ ਦੀ ਸਾਰੀ ਹੈਗੀਆਂ ਨੇ। ਠੀਕ ਹੈ, ਫਸਟ ਹੈ ਲਿਸਟ 1 ਦੇ ਵਿੱਚ ਤਾਰਾਚੰਦ ਕਮੇਟੀ। ਤਾਰਾਚੰਦ ਕਮੇਟੀ ਮੈਂ ਨਾਲ ਹੀ ਕਈ ਵਾਰ ਨਾ ਬੱਚੇ ਨੀਚੇ ਆਪਸ਼ਨ ਦੇਖਣਾ ਭੁੱਲ ਜਾਂਦੇ ਨੇ, ਤੁਹਾਡੇ ਉਹਨਾਂ ਦੇ ਬੈਨੀਫਿਟ ਵਾਸਤੇ ਮੈਂ ਨਾਲ ਹੀ ਉਹਨਾਂ ਦੇ ਨਾਲ ਈਅਰ ਮੈਚ ਕਰਵਾ ਦੇਣਾ ਉਰੇ, ਬਾਅਦ ਵਿੱਚ ਆਪਾਂ ਆਨਸਰ ਦੇਖ ਲੈਂਦੇ ਹਾਂ। ਇਹ ਪੁਆਇੰਟ ਹੈ ਤਾਰਾਚੰਦ ਕਮੇਟੀ ਜੋ 1948, ਇਹ ਯਾਦ ਰੱਖਣਾ, ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਹੀ ਬਣ ਚੁੱਕੀ ਸੀ 1948 ਦੇ ਵਿੱਚ। ਬੀ ਹੈ ਤੁਹਾਡੀ ਆਪਣੀ ਸੈਂਟਰ ਐਡਵਾਈਜ਼ਰੀ ਬੋਰਡ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਰੀਕ੍ਰੀਏਸ਼ਨ। ਹੁਣ ਰੀਕ੍ਰੀਏਸ਼ਨ ਦਾ ਮਤਲਬ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਸੀ, ਜਿਹਦੇ ਵਿੱਚ ਅਸੀਂ ਗੱਲ ਕਰਦੇ ਐਂਟਰਟੇਨਮੈਂਟ ਦੀ। ਠੀਕ ਹੈ ਜੀ, ਬੱਚੇ ਦੇ ਫਨ ਦੀ। ਠੀਕ ਹੈ, ਉਸ ਚੀਜ਼ ਦੀ ਗੱਲ ਕੀਤੀ ਗਈ ਹੈ। ਐਂਟਰਟੇਨਮੈਂਟ ਦੇ ਨਾਲ ਰੱਖੀ ਜਾਊਗੀ, ਉਸ ਨੂੰ ਦੁਬਾਰਾ ਤੋਂ ਕਿਵੇਂ ਫਿਟਨੈਸ ਵਿੱਚ ਲਿਆਇਆ ਜਾ ਸਕਦਾ ਹੈ, ਕਿਹੜੀ ਕਿਹੜੀ ਐਕਟੀਵਿਟੀਜ਼ ਕਰਵਾਈ ਜਾ ਸਕਦੇ ਨੇ, ਉਸ ਚੀਜ਼ ਦੀ ਆਪਾਂ ਗੱਲ ਕਰਾਂਗੇ। ਠੀਕ ਹੈ, ਇਹ ਬਣੀ ਸੀ ਤੁਹਾਡੀ ਆਪਣੀ 1950 ਦੇ ਵਿੱਚ। ਤਾਂ ਮੈਂ ਈਅਰ ਨਾਲ ਲਿਖ ਰਿਹਾ ਕਿਉਂਕਿ ਕਈ ਬੱਚੇ ਜਦ ਪੇਪਰ ਨੇੜੇ ਆਉਂਦਾ ਤੇ ਫਟਾਫਟ YouTube ਚੈਨਲ ਉੱਤੇ ਵੀਡੀਓਜ਼ ਦੇਖਦੇ ਨੇ ਤਾਂ ਉੱਥੇ ਉਹ ਡੇਟ ਦੇਖ ਸਕਦੇ ਨੇ, ਉਹਨੂੰ ਆਨਸਰ ਦੇਖਣ ਦੀ ਜ਼ਰੂਰਤ ਨਹੀਂ ਪਏਗੀ। ਲੇਕਿਨ ਹੁਣ ਟਾਈਮ ਦੇ ਵਾਸਤੇ ਆਪਾਂ ਮੈਚ ਦੀ ਕਾਲਮ ਵੀ ਕਰਾਂਗੇ ਔਰ ਨਾਲ ਮੈਂ ਈਅਰ ਵੀ ਮੈਂਸ਼ਨ ਕਰਵਾ ਰਿਹਾ। ਉਸ ਤੋਂ ਬਾਅਦ ਆਲ ਇੰਡੀਆ ਸਪੋਰਟਸ ਕਾਉਂਸਲਸ, ਇਹ ਬਣੀ ਸੀ 1954 ਦੇ ਵਿੱਚ। ਠੀਕ ਹੈ ਜੀ, 1954 ਦੇ ਵਿੱਚ ਇਹਦੇ ਕੌਣ ਸੀਗੇ ਤੁਹਾਡੇ ਆਪਣੇ ਪ੍ਰੈਜ਼ੀਡੈਂਟ? JM ਕਰੀਅੱਪਾ। ਇਹ ਤਾਂ ਹੁਣੀ ਕਰਕੇ ਆਇਆ ਆਪਾਂ, ਹੈ ਨਾ, JM ਕਰੀਅੱਪਾ। ਇਹ ਵੀ ਧਿਆਨ ਰੱਖਣਾ, ਪੇਪਰ 'ਚ ਪੁੱਛ ਲੈਂਦੇ ਨੇ। ਫਸਟ ਪ੍ਰੈਜ਼ੀਡੈਂਟ, ਇਹ ਧਿਆਨ ਰੱਖਣਾ, ਆਲ ਇੰਡੀਆ ਸਪੋਰਟਸ ਕਾਉਂਸਲ ਦੇ ਵਿੱਚ। ਡੀ ਹੈ ਤੁਹਾਡੀ ਐਡਹੌਕ ਕਮੇਟੀ, ਜੋ ਨਾਮ ਤੋਂ ਪਤਾ ਲੱਗਦਾ ਜੋ ਟੈਂਪਰੇਰੀ ਬਣਾਈ ਗਈ ਸੀ। ਠੀਕ ਹੈ, ਉਹ ਬਣੀ ਸੀ 1947 ਦੇ ਵਿੱਚ। ਦੋ ਚੀਜ਼ਾਂ ਤੁਹਾਡੀ ਯਾਦ ਹੋ ਜਾਣਗੀਆਂ, ਇੱਕ ਐਡਹੌਕ ਕਮੇਟੀ ਹੋ ਜੂਗੀ, ਇੱਕ ਤਾਰਾਚੰਦ ਕਮੇਟੀ। ਇੱਕ 1947 'ਚ ਸੀ, ਇੱਕ 1948 ਦੇ ਵਿੱਚ ਸੀ। ਹੁਣ ਅਗਰ ਮੈਂ ਗੱਲ ਕਰਾਂ ਤਾਂ ਆਪਸ਼ਨਾਂ ਦੇਖਾਂਗੇ ਤਾਂ ਨੀਚੇ ਈਅਰ ਦਿੱਤੇ ਹੋਏ ਨੇ ਸੈਕਿੰਡ ਦੇ ਵਿੱਚ, ਲਿਸਟ ਸੈਕਿੰਡ ਦੇ ਵਿੱਚ 1947, 1954, 1948 ਔਰ 1950। ਤਾਂ ਆਨਸਰ ਕੀ ਮੈਚ ਕਰੇਗਾ ਕਮੇਟੀ ਦੇ ਅਕੋਰਡਿੰਗ, ਤਾਰਾਚੰਦ ਕਮੇਟੀ ਦੇ ਅਕੋਰਡਿੰਗ? ਤਾਂ ਆਨਸਰ ਇਹੀ ਮੈਚ ਕਰੇਗਾ ਜਿਵੇਂ ਕਿ ਮੈਂ ਤੁਹਾਨੂੰ ਈਅਰ ਦਿੱਤੇ ਹੋਏ ਨੇ, 3rd, 4th, 2nd ਔਰ 1st। ਅਗਲਾ ਕੁਐਸਚਨ ਹੈ ਵੈਨ ਵਾਜ਼ ਦਾ NCC ਐਸਟੈਬਲਿਸ਼ਡ। ਹੁਣ ਪਹਿਲੀ ਗੱਲ ਤਾਂ ਮਾਈਂਡ ਦੇ ਵਿੱਚ ਇਹੀ ਆਏਗੀ ਕਿ NCC ਹੁੰਦੀ ਕੀ ਹੈ, ਇਹਦੀ ਫੁੱਲ ਫਾਰਮ ਕੀ ਹੁੰਦੀ ਹੈ? ਤਾਂ ਉਹ ਮੈਂ ਦੱਸ ਦੇਣਾ। NCC ਦੀ ਫੁੱਲ ਫਾਰਮ ਹੁੰਦੀ ਹੈ ਨੈਸ਼ਨਲ ਕੈਡਿਟ ਕੋਰ। ਠੀਕ ਹੈ ਜੀ, ਇਹ ਪੁੱਛ ਲੈਂਦੇ ਨੇ ਕੀ ਹੁੰਦੀ ਹੈ ਨੈਸ਼ਨਲ ਕੈਡਿਟ ਕੋਰ। ਇਹ ਕਦੋਂ ਐਸਟੈਬਲਿਸ਼ ਕੀਤੀ ਗਈ ਸੀ? 1948 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ। 1948 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਤੁਹਾਡਾ ਆਪਣਾ, ਨੇਮ ਆਫ ਦੀ ਫਸਟ ਫਿਜ਼ੀਕਲ ਐਜੂਕੇਸ਼ਨ ਕਾਲਜ ਓਪਨ ਇਨ ਇੰਡੀਆ। ਹੁਣ ਪਹਿਲੀ ਗੱਲ ਤਾਂ ਉੱਥੇ ਕੀਤੀ ਸਪੋਰਟਸ ਕਾਉਂਸਲ ਦੀ ਗੱਲ ਕੀਤੀ ਸੀ। ਹੁਣ ਇੱਥੇ ਗੱਲ ਕਰਨ ਜਾ ਰਹੇ ਹਾਂ ਵੀ ਇਹ ਕਾਲਜ ਕਦੋਂ ਓਪਨ ਕੀਤਾ ਗਿਆ ਸੀ, ਕਿਹੜੇ
ਕੀ ਨਾਮ ਸੀ ਇਸ ਕਾਲਜ ਦਾ ਜਦੋਂ ਇਹ ਓਪਨ ਕੀਤਾ ਗਿਆ ਸੀ। ਮੈਂ ਆਨਸਰ ਦੇ ਨਾਲ ਇਹਦਾ ਈਅਰ ਵੀ ਦੱਸੂਗਾ। ਚਲੋ ਆਪਾਂ ਉਰੇ ਰੱਖ ਲੈਂਦੇ ਆ ਪਲੱਸ ਇਹਦਾ ਈਅਰ ਵੀ ਕੀ ਸੀ, ਕਦੋਂ ਇਹ ਕੀਤੀ ਗਈ ਸੀ, ਮਤਲਬ ਕਿ ਕਿਹੜੇ ਸਾਲ ਦੇ ਵਿੱਚ ਇਹ ਕਾਲਜ ਓਪਨ ਕੀਤਾ ਗਿਆ ਸੀ। ਤਾਂ ਨੀਚੇ ਦੇਖੋ ਆਪਸ਼ਨਾਂ ਨੇ ਲక్ష్ਮੀ ਬਾਈ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ। ਹੁਣ ਤੁਹਾਨੂੰ ਇੱਥੇ ਆਨਸਰ ਪਤਾ ਲੱਗ ਜਾਊਗਾ। ਇਹ ਵੀ ਜਿਹੜਾ 1957 ਦੇ ਵਿੱਚ ਲక్ష్ਮੀ ਬਾਈ ਨਾਂ ਤੇ ਇੱਕ ਯੂਨੀਵਰਸਿਟੀ ਸਪੋਰਟਸ ਓਪਨ ਕੀਤੀ ਗਈ ਸੀ, ਉਸਦਾ ਨਾਮ ਕੀ ਸੀਗਾ, ਲక్ష్ਮੀ ਬਾਈ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ। ਬਟ ਉਹਦਾ ਹੈੱਡਕੁਆਟਰ ਕਿੱਥੇ ਹੈ, ਜਿਹਦਾ ਮਤਲਬ ਕਾਲਜ ਕਿੱਥੇ ਹੈ, ਇਹ ਗਵਾਲੀਅਰ ਦੇ ਵਿੱਚ ਹੈ। ਪਰ ਈਅਰ ਕਿਹੜਾ ਸੀ, 1957 ਸੀ। ਠੀਕ ਹੈ ਜੀ। ਸੈਕਿੰਡ ਆਪਸ਼ਨ ਜੋ ਮੇਰਾ ਆਨਸਰ ਬਣਦਾ ਹੈ YMCA ਕਾਲਜ ਆਫ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਜੋ ਮਦਰਾਸ ਦੇ ਵਿੱਚ ਹੈ, ਜੋ ਕਦੋਂ ਇਹੀ ਆਨਸਰ ਬਣਦਾ ਜੋ 1920 ਦੇ ਵਿੱਚ ਫਸਟ ਕਾਲਜ ਇੰਡੀਆ ਵਿੱਚ ਓਪਨ ਕੀਤਾ ਗਿਆ ਸੀਗਾ ਫਿਜ਼ੀਕਲ ਐਜੂਕੇਸ਼ਨ ਦਾ। ਬੀ ਆਪਸ਼ਨ ਹੈ। ਬੀ ਆਪਸ਼ਨ ਆਨਸਰ ਕੀ ਹੈ, YMCA ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਦਰਾਸ। ਠੀਕ ਹੈ, ਕਈ ਵਾਰ ਕੁਐਸਚਨ 'ਚ ਪੁੱਛ ਲੈਂਦੇ ਨੇ ਵੀ ਇਹਦਾ ਈਅਰ ਕਿਹੜਾ ਸੀ, ਤਾਂ ਮੇਰੇ ਨਾਲ ਹੀ ਤੁਹਾਨੂੰ ਮੈਂਸ਼ਨ ਕਰਤਾ ਕਿ ਈਅਰ ਬਣਦਾ ਸੀ ਇਹਦਾ 1920। ਸੀ ਆਪਸ਼ਨ ਬਣਦੀ ਤੁਹਾਡੀ ਆਪਣੀ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਜੋ ਪਟਿਆਲਾ ਵਿੱਚ ਓਪਨ ਕੀਤਾ ਗਿਆ ਸੀ। ਇੱਕ ਲਖਨਊ ਕ੍ਰਿਸ਼ਨ ਕਾਲਜ ਹੈ ਜੋ ਤੁਹਾਡਾ ਆਪਣਾ ਲਖਨਊ ਦੇ ਵਿੱਚ ਹੈ, ਉਹਦੇ ਨਾਮ ਤੇ ਸ਼ਹਿਰ ਦੇ ਨਾਂ ਤੋਂ ਹੀ ਕਾਲਜ ਦਾ ਨਾਮ ਰੱਖਿਆ ਗਿਆ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ। ਉਸ ਤੋਂ ਬਾਅਦ ਲਖਨਊ ਕ੍ਰਿਸ਼ਨ ਕਾਲਜ ਲਖਨਊ। ਠੀਕ ਹੈ, ਹੁਣ ਆਨਸਰ ਕਿਹੜਾ ਸੀ ਤੁਹਾਡਾ ਆਪਣਾ YMCA ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਦਰਾਸ ਜੋ ਕਦੋਂ ਓਪਨ ਕੀਤਾ ਗਿਆ ਸੀ ਇੰਡੀਆ ਵਿੱਚ ਫਸਟ ਟਾਈਮ ਦੇ ਵਿੱਚ 1920 ਦੇ ਵਿੱਚ 1920 ਦੇ ਵਿੱਚ ਕੀਤਾ ਗਿਆ ਸੀ। ਠੀਕ ਹੈ, ਨੈਕਸਟ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ ਪੇਪਰ ਦੇ ਵਾਸਤੇ। ਦੀ ਸਪੋਰਟਸ ਮਿਊਜ਼ੀਅਮ ਇਜ਼ ਲੋਕੇਟਡ ਐਟ, ਕਹਿੰਦਾ ਸਪੋਰਟਸ ਮਿਊਜ਼ੀਅਮ ਕਿੱਥੇ ਮਤਲਬ ਕਿ ਸਥਿਤ ਹੈ ਜਾਂ ਫਿਰ ਸੈਟਅਪ ਹੈ, ਉਹਦੇ ਬਾਰੇ ਦੱਸਿਆ ਗਿਆ। ਨਿਊ ਦਿੱਲੀ ਦੇ ਵਿੱਚ, ਮੁੰਬਈ ਦੇ ਵਿੱਚ, ਜੈਪੁਰ ਦੇ ਵਿੱਚ ਜਾਂ ਫਿਰ ਪਟਿਆਲਾ ਦੇ ਵਿੱਚ। ਇਹ ਧਿਆਨ ਰੱਖਿਓ ਪਟਿਆਲਾ ਦੇ ਵਿੱਚ ਇਹਦਾ ਮਿਊਜ਼ੀਅਮ ਸੈਂਟਰ ਹੈ, ਸਪੋਰਟਸ ਮਿਊਜ਼ੀਅਮ ਸੈਂਟਰ। ਦੇਖਿਆ ਹੋਏਗਾ ਸਭ ਨੇ, ਆਈ ਹੋਪ ਕਿ ਦੇਖਿਆ ਹੋਏਗਾ। ਠੀਕ ਹੈ, ਨੈਕਸਟ ਆਓ ਥਰਡ ਕੁਐਸਚਨ ਹੈ 13th ਕੁਐਸਚਨ ਹੈ ਵਟ ਇਜ਼ ਦ ਮੋਸਟ ਇੰਪੋਰਟੈਂਟ ਆਈਟਮ ਇਨ ਦ ਫਿਜ਼ੀਕਲ ਐਜੂਕੇਸ਼ਨ ਕਲਾਸ। ਕਹਿੰਦਾ ਜਦੋਂ ਆਪਾਂ ਫਿਜ਼ੀਕਲ ਐਜੂਕੇਸ਼ਨ ਦੀ ਕਲਾਸ ਨੂੰ ਜੁਆਇਨ ਕਰਦੇ ਹਾਂ ਤਾਂ ਉੱਥੇ ਜਿਹੜਾ ਇੱਕ ਟ੍ਰੇਨਰ ਹੈ ਜਾਂ ਜੋ ਸਾਡਾ ਇੱਕ ਮੈਂਟਰ ਹੈ ਜਾਂ ਸਾਡਾ ਇੱਕ ਟੀਚਰ ਹੈ ਜਾਂ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਇੰਸਟਰਕਟਰ ਹੈ, ਉੱਥੇ ਕਿਹੜੀ ਮੇਨ ਚੀਜ਼ ਬਾਰੇ ਦੱਸਿਆ ਜਾਂਦਾ ਹੈ। ਓਬਵੀਅਸ ਹੈ ਅਗਰ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਪ੍ਰੈਕਟੀਕਲ ਨੌਲੇਜ ਦੀ ਗੱਲ ਕੀਤੀ ਜਾਂਦੀ ਹੈ, ਹੈ ਨਾ। ਸਬਜੈਕਟਿਵ ਤਾਂ ਬਾਅਦ 'ਚ ਬਣਿਆ ਸੀ, ਸਭ ਤੋਂ ਪਹਿਲਾਂ ਪ੍ਰੈਕਟੀਕਲ ਹੀ ਸੀ। ਜਿਸ 'ਚ ਅਸੀਂ ਫਿਜ਼ੀਕਲੀ ਗੱਲ ਕਰੀਏ ਤਾਂ ਜਿਹੜੀ ਫਿਜ਼ੀਕਲ ਹੈ ਉਹ ਤੁਹਾਡਾ ਆਪਣਾ ਬੋਡੀ ਦੇ ਨਾਲ ਰਿਲੇਟ ਕਰਦਾ, ਐਜੂਕੇਸ਼ਨ ਨੌਲੇਜ ਦੇ ਨਾਲ ਰਿਲੇਟ ਕਰਦਾ। ਦੋ ਵਰਡ ਤੋਂ ਮਿਲ ਕੇ ਬਣੇ ਫਿਜ਼ੀਕਲ ਐਜੂਕੇਸ਼ਨ। ਫਿਜ਼ੀਕਲ ਰਿਲੇਟਿਡ ਟੂ ਦ ਬੋਡੀ, ਐਜੂਕੇਸ਼ਨ ਇਜ਼ ਕੋਲਡ ਦ ਨੌਲੇਜ। ਠੀਕ ਹੈ, ਜਿਸ ਬੋਡੀ ਦੇ ਰਿਲੇਟਿਡ ਤੁਹਾਨੂੰ ਆਪਣੀ ਨੌਲੇਜ ਪ੍ਰੋਵਾਈਡ ਕੀਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਇੱਕ ਜਦੋਂ ਫਿਜ਼ੀਕਲ ਐਜੂਕੇਸ਼ਨ ਦੀ ਕਲਾਸ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਪ੍ਰੈਕਟੀਕਲ ਨੌਲੇਜ ਕਵਰ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਉੱਥੇ ਪ੍ਰੈਕਟੀਕਲ ਨੌਲੇਜ ਕਿਸੇ ਏਰੀਆ ਦੇ ਵਿੱਚ ਹੀ ਹੋਏਗੀ। ਤਾਂ ਉੱਥੇ ਕੁਐਸਚਨ ਦੇ ਅਕੋਰਡਿੰਗ ਕਹਿੰਦਾ ਕੀ ਹੈ, ਰੂਮ, ਪਲੇਸ, ਫਿਲਟਰ, ਰੂਫ। ਤਾਂ ਓਬਵੀਅਸ ਹੈ ਇਹ ਤੇ ਇਹ ਪੁਆਇੰਟ, ਇਹ ਤਿੰਨੋਂ ਪੁਆਇੰਟ ਜਿਹੜੇ ਹੈਗੇ ਤੁਹਾਡੇ ਆਪਣੀ ਕਲਾਸ ਨਾਲ ਰਿਲੇਟਿਡ ਨੇ। ਪਰ ਜਿਹੜੀ ਫਿਜ਼ੀਕਲ ਐਜੂਕੇਸ਼ਨ ਹੈ ਤੁਹਾਨੂੰ ਕਿਹਦੇ ਨਾਲ ਜ਼ੋਰ ਪਾਉਂਦੀ, ਕਿਹਦੇ ਉੱਤੇ ਫੋਕਸ ਪਾਉਂਦੀ ਕਰਦੀ ਹੈ, ਤੁਹਾਡੇ ਆਪਣੇ ਫੀਲਡ ਏਰੀਆ ਦੇ ਅਕੋਰਡਿੰਗ। ਮਤਲਬ ਜਿਹੜੇ ਏਰੀਆ 'ਚ ਤੁਹਾਡਾ ਇੰਟਰਸਟ ਹੋਏਗਾ, ਰੇਸਿਸ ਦੇ ਵਿੱਚ, ਯੋਗਾ ਦੇ ਵਿੱਚ, ਗੇਮਸ ਦੇ ਵਿੱਚ, ਇੱਕ ਤਰ੍ਹਾਂ ਫੀਲਡ ਵਰਕ ਹੈ ਜਿਸ 'ਚ ਪ੍ਰੈਕਟੀਕਲ ਨੌਲੇਜ ਦਿੱਤੀ ਜਾਂਦੀ ਹੈ। ਮੇਨ ਸਾਡੀ ਇੰਪੋਰਟੈਂਟ ਆਈਟਮ ਹੁੰਦੀ ਹੈ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਡੈਟਸ ਕੋਲ ਆ ਫੀਲਡ ਏਰੀਆ, ਜੋ ਸਾਡੇ ਵਾਸਤੇ ਇੱਕ ਏਰੀਆ ਦਾ ਕੰਮ ਕਰਦੀ ਹੈ। ਨੈਕਸਟ ਆਓ ਇਨ ਵਿਚ ਈਅਰ ਵਾਜ਼ ਦਾ ਯੂਨੀਵਰਸਿਟੀ ਆਫ ਫਿਜ਼ੀਕਲ ਐਜੂਕੇਸ਼ਨ ਐਸਟੈਬਲਿਸ਼ ਇਨ ਇੰਡੀਆ। ਮਤਲਬ ਕੀ ਹੈ, ਕਿਹੜੇ ਸਾਲ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਇੰਡੀਆ ਦੇ ਵਿੱਚ ਯੂਨੀਵਰਸਿਟੀ ਇੱਕ ਸੈਟਅਪ ਕੀਤੀ ਗਈ ਸੀ, ਐਸਟੈਬਲਿਸ਼ ਕੀਤੀ ਗਈ ਸੀ। ਤਾਂ ਹੁਣੀ ਕਰਕੇ ਆਏ ਸੀ ਆਪਾਂ, ਉਹਦਾ ਆਨਸਰ ਕੀਤਾ ਸੀ ਉਹਨੇ ਆਪਣਾ YMCA ਜੋ ਕਾਲਜ ਹੈ। ਕਿੱਥੇ ਕਾਲਜ ਆ ਉਹ ਤੁਹਾਡਾ ਆਪਣਾ ਮਦਰਾਸ ਦੇ ਵਿੱਚ। ਹੁਣੀ ਤੁਸੀਂ ਮੇਰੇ ਨਾਲ ਕੁਐਸਚਨ ਕਵਰ ਕੀਤਾ ਸੀਗਾ, ਉਹਦੇ ਨਾਲ ਮੈਂ ਉਹਦੀ ਡੇਟ ਵੀ ਕਵਰ ਕੀਤੀ ਸੀ 1920 1920। ਧਿਆਨ ਰੱਖਿਓ ਕਾਲਜ ਯੂਨੀਵਰਸਿਟੀ ਦਾ ਨਾਮ ਪੁੱਛ ਲੈਂਦੇ ਤਾਂ ਯੂਨੀਵਰਸਿਟੀ ਦਾ ਨਾਮ ਕੀ ਹੈ, YMCA ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਦਰਾਸ ਜੋ 1920 ਦੇ ਵਿੱਚ ਫਸਟ ਟਾਈਮ ਇੰਡੀਆ ਦੇ ਵਿੱਚ ਕੀ ਕੀਤੀ ਗਈ ਸੀ, ਸਟੈਬਲਿਸ਼ ਕੀਤੀ ਗਈ ਸੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਹੈ, ਵੇਅਰ ਇਜ਼ ਦ ਲక్ష్ਮੀ ਬਾਈ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਲੋਕੇਟਡ। ਹੁਣੀ ਕਰਵਾ ਕੇ ਚੁੱਕਿਆ ਸੀ ਜਦੋਂ ਮੈਂ ਤੁਹਾਨੂੰ ਕਿਹਾ ਸੀ 1857 ਤੋਂ 100 ਸਾਲ ਬਾਅਦ 1957 ਦੇ ਵਿੱਚ ਗਵਾਲੀਅਰ ਦੇ ਵਿੱਚ ਇਹਨਾਂ ਦੇ ਨਾਂ ਤੋਂ ਹੀ ਇਹਨਾਂ ਦਾ ਕਾਲਜ ਕੀ ਕਰ ਦਿੱਤਾ ਗਿਆ ਸੀ, ਸੈਟਅਪ ਕਰ ਦਿੱਤਾ ਗਿਆ ਸੀ। ਤਾਂ ਇਹਨਾਂ ਨੇ ਹੁਣ ਪਲੇਸ ਦਾ ਨਾਮ ਪੁੱਛਿਆ ਤਾਂ ਪਲੇਸ ਸਾਡੇ ਵਾਸਤੇ ਕੀ ਹੈ, ਗਵਾਲੀਅਰ। ਹੁਣੇ ਆਪਾਂ ਕੁਐਸਚਨ ਕੀਤਾ ਸੀ ਮੇਰੇ ਨਾਲ, ਆਹ ਕੁਐਸਚਨ ਜਿੱਥੇ ਆਨਸਰ ਦਿੱਤਾ ਹੈ ਤੁਹਾਡਾ ਆਪਣਾ ਗਵਾਲੀਅਰ। ਠੀਕ ਹੈ, ਵੀ ਇਹਨਾਂ ਦੇ ਨਾਂ ਤੋਂ ਹੀ ਲక్ష్ਮੀ ਬਾਈ ਦੇ ਨਾਂ ਤੋਂ ਹੀ ਗਵਾਲੀਅਰ ਦੇ ਵਿੱਚ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਦਾ ਕਾਲਜ ਓਪਨ ਕੀਤਾ ਗਿਆ। ਪਰ ਕਦੋਂ ਕੀਤਾ ਗਿਆ ਸੀ, 1957 ਦੇ ਵਿੱਚ। ਠੀਕ ਹੈ ਜੀ, ਇਹ ਪੁੱਛ ਲੈਂਦੇ ਨੇ, ਪਲੇਸ ਦਾ ਨਾਮ ਵੀ ਪੁੱਛ ਲੈਂਦੇ ਨੇ। ਠੀਕ ਹੈ ਬੇਟੇ, ਨੈਕਸਟ ਆਓ ਨੈਕਸਟ ਕੁਐਸਚਨ ਹੈ 16 when did Netaji Subhash
नेताजी सुभाष नैशनल इंस्टीट्यूशन ऑफ स्पोर्ट्स बिगेन इंडिया। हुण मैं तुहानूं कहा सी मैं फुल फॉर्म तुहानूं बाद च दसदा काहदी फुल फॉर्म सी वो NSNIS ठीक है जी। ये पटियाला दे विच स्पोर्ट्स सेंटर एक ठीक है इंस्टीट्यूट है। ये फुल फॉर्म या शॉर्ट फॉर्म कह सकते हो NSNIS होंदी है। जो फुल फॉर्म की बनती है नेताजी सुभाष नैशनल इंस्टीट्यूशन स्पोर्ट्स बिगेन इन इंडिया। इंडिया दे विच कदों ही मतलब कि इंस्टीट्यूशन ओपन किया गया सीगा। तो फर्स्ट ऑप्शन है 7 मई 1960, 7 मई 1961। हुण ध्यान रखियो ये दोनों ऑप्शन सेम ने पर ये ईयर का फर्क है। एक ईयर 1960 है, दूसरा ईयर 1961 है। तब पजल होने की जरूरत नहीं है। ध्यान रखें 1961 इसका आंसर बनेगा। ऊपर पढ़ के ऐसी ना NIS ठीक है। तेरी फुल फॉर्म होती है नेताजी सुभाष नैशनल इंस्टीट्यूशन ऑफ स्पोर्ट्स बिगेन इन पटियाला। पटियाला इसका प्लेस है और जो ईयर है थोड़ा अपना 7 मई 1961 है। नैक्सट क्वेश्चन है वैन डिड द डिवेलपमेंट ऑफ फिजिकल एजुकेशन इंडिया स्टार्ट। कहता किहड़े रूल दे विच वैन डिड पूछे किहड़े ईरा दे विच या किहड़े शासक दे विच किहड़ा शासक सी जो उस टाइम दी जिहदा राज चलदा सी रूलिंग पार्टी किहड़ी सी उस टाइम दे विच जो फिजिकल एजुकेशन इंडिया दे विच स्टार्ट की गई सी। तो ध्यान रखियो मैं दो पहला भी थोड़े नाल कल गल कीती सी। दो एक स्पार्टन्स हुंदे सी ठीक है। उस टाइम दे विच जो ग्रीस दे विच कीती गई सी उस टाइम दे विच इंडिया च कदों स्टार्ट की सी जिस टाइम दे विच तुहाडे अपने अंग्रेज़ां दा राज चलदा सी सिंस द ब्रिटिश रूल। उस टाइम दे विच जिहड़ा फिजिकल एजुकेशन दा ईरा सीगा इंडिया च स्टार्ट किया गया सी। नैक्सट क्वेश्चन है व्हाई डिड द गवर्नमेंट ऑफ इंडिया सैट अप द कंजरू कमेटी इन 1959। कहता कंजरू कमेटी जो 1959 ਦੇ ਵਿੱਚ ਹੁਣ ਇੱਕ ਇੱਥੇ ਆਨਸਰ ਇਹ ਵੀ ਬਣਦਾ ਕਿ ਕੰਜਰੂ ਕਮੇਟੀ ਜਿਹੜੀ 1959 ਦੇ ਵਿੱਚ ਸੈਟਅਪ ਕੀਤੀ ਗਈ ਸੀ ਠੀਕ ਹੈ ਉਹ ਕਾਹਦੇ ਵਾਸਤੇ ਸੈਟਅਪ ਕੀਤੀ ਗਈ ਸੀ। ਪਹਿਲੀ ਗੱਲ ਤਾਂ ਫਰਸਟ ਆਪਸ਼ਨ ਆਂਦੀ ਹੈ ਫॉर द एस्टैबलिशमेंट ऑफ NCC। नहीं ये तो ऑप्शन बनते ही नहीं क्योंकि 1959 की गल की गई है जद कि NCC कदों बन गई सी थोड़ी अपनी 1948 ਦੇ ਵਿੱਚ आप ऊपर करके आए सी है ना। तेरी एस्टैबलिशमेंट तो हो नहीं सकती क्योंकि 1948 ਦੇ ਵਿੱਚ ऑलरेडी एस्टैबलिश हो चुकी सी। उस तो बाद बी ऑप्शन जो मेरा अपना आंसर बनता है तो ऑप्शन है फॉर टेस्टिंग स्कीम्स ऑफ फिजिकल हाइजीन एंड बिल्डिंग करैक्टर एक्सेट्रा। मतलब किस चीज़ का कि अगर असी अपने आप की सफाई रखांगे और अपने करैक्टर को बिल्डअप करांगे मतलब किस राही करांगे फिजिकल एजुकेशन राही करांगे उसकी अगर टेस्टिंग की जाए तो कड़ी टेस्टिंग किहड़ी कमेटी ने सैटअप की सी कंजरू कमेटी ने सैटअप किया सी किहड़ी ईयर दे विच 1959 दे विच। 3 क्वेश्चन इस बनते हैं पूछ लैंदे ने भी जिहड़ी फिजिकल हाइजीन और बिल्डिंग करैक्टर की गल की गई सी स्कीम और किहड़ी कमेटी के द्वारा की गई सी। पहला क्वेश्चन कंजरू कमेटी द्वारा की गई सी और किहड़े ईयर च की गई सी 1959 दे विच की गई सी। 2 क्वेश्चन तो यही बनते हैं और थर्ड क्वेश्चन यही अपने आप बन के आऊगा कि कंजरू कमेटी 1959 की जी कमेटी स्टैबलिश की गई सी उन्होंने किहड़ी स्कीम बारे सुजैशन दी सी या किहड़ी स्कीम चलाई गई सी। तो स्कीम का नाम है फिजिकल हाइजीन एंड करैक्टर बिल्डिंग। ये ध्यान रखना बेटे कई बार पेपर च पूछ लेंदे ने। नैक्सट आओ नैक्सट क्वेश्चन है तुहाडा अपना ये ऑप्शन ने सारियां ही ध्यान रखना क्योंकि ऑप्शन के अकॉर्डिंग पजल होने की जरूरत नहीं है क्योंकि एक ही ऑप्शन बनती सी फिजिकल हाइजीन बिल्डिंग करैक्टर की ठीक है जो 1959 के कंजरू कमेटी ने चलाई सी या सैटअप की सी। भी स्कीम आनी जरूरी है भी जो बच्चे का फिजिकल कोई मान लो प्रैक्टिकल तौर पर बच्चे का पेपर क्लीयर भी हो जाता है तो उसकी फिजिकल टेस्टिंग होनी जरूरी है ताकि बच्चे का शरीर रूप देखा जा सके भी परफेक्ट फिट है कि नहीं है शरीर मतलब कि फिजिकली फिट है या नहीं है ठीक है जी। नैक्सट ऑन 19 क्वेश्चन च की कहता है फिजिकल एजुकेशन इज रिक्वायर्ड। फिजिकल एजुकेशन सानू कारे वास्ते जरूरत है। हुण ऊपर गल करके असी पर्सनल हाइजीन असी अपनी सफाई आप कर सकते हैं करैक्टर बिल्डिंग बिल्डअप कर सकते हैं या हैल्थ वास्ते जरूरी है ठीक है उन्होंने चीज़ों की गल की है। हुण आपां पहला ऑप्शन देखा फिजिकल एजुकेशन इज रिक्वायर्ड। फिजिकल एजुकेशन क्यों जरूरत है कारे वास्ते लोड़ पैंदी है तो मैं नीचे चलूँगा डी ऑप्शन के अकॉर्डिंग अंडरस्टैंड जेनेटिक एंड इन्वायरमेंट नूं देखना ठीक है इन्वायरमेंट नूं पढ़ना इन्वायरमेंट नूं समझना और वास्ते फिजिकल है बट नहीं जी फिजिकल एजुकेशन है साडी कारे वास्ते जरूरी है प्रैक्टिकल नॉलेज वास्ते जरूरी है। सी है नैचुरल वैल्थ जो साडी नैचुरल रिसोर्सिस ने उन्हां वास्ते जरूरी है उन्होंने संभाल के रखना या फिर ह्यूमन रिलेशनशिप ताकि साडी आपसी रिश्तेदारियां बनिया रहन नहीं। ए ऑप्शन इंप्रूव द जनरल हैल्थ ऑफ द पीपल। ये आंसर बनेगा कि जिहड़ी एक बंदे की हैल्थ है वो की रहे इंप्रूव रहे मतलब कि इंप्रूव के नाल फिट भी रहे
ਉਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ ਕਿ ਜਿਹੜਾ ਸਾਡਾ ਮੇਨ ਆਬਜੈਕਟਿਵ ਹੈ ਕਿਹਦਾ ਫਿਜ਼ੀਕਲ ਐਜੂਕੇਸ਼ਨ ਦਾ ਉਹ ਸਾਡੇ ਵਾਸਤੇ ਜ਼ਰੂਰੀ ਹੈ। ਬੀ ਆਪਸ਼ਨ ਹੈ ਏ ਆਪਸ਼ਨ ਹੈ ਇੰਪਰੂਵ ਦਾ ਜਨਰਲ ਹੈਲਥ ਆਫ ਦੀ ਪੀਪਲ, ਮਤਲਬ ਕਿ ਇੱਕ ਬੰਦੇ ਦੀ ਸਿਹਤ ਦੇ ਵਿੱਚ ਸੁਧਾਰ ਨੂੰ ਹੀ ਅਸੀਂ ਕੀ ਬੋਲਦੇ ਫਿਜ਼ੀਕਲ ਐਜੂਕੇਸ਼ਨ ਦੀਆਂ ਰਿਕੁਆਇਰਮੈਂਟਸ ਬੋਲਦੇ ਹਾਂ। ਕੁਐਸਚਨ ਨੰਬਰ 20 ਫਿਜ਼ੀਕਲ ਐਜੂਕੇਸ਼ਨ ਰਿਕੋਗਨਾਈਜ਼ਡ ਬਾय ਐਜੂਕੇਸ਼ਨ ਕਮਿਸ਼ਨ ਆਫ ਇੰਡੀਆ। ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ, ਇਹ ਧਿਆਨ ਰੱਖਣਾ। ਫਿਜ਼ੀਕਲ ਐਜੂਕੇਸ਼ਨ ਦੇ ਉੱਤੇ ਜਦੋਂ ਇਹ ਫਿਜ਼ੀਕਲ ਐਜੂਕੇਸ਼ਨ ਨੂੰ ਜਦ ਮਾਨਤਾ ਮਿਲੀ ਸੀ, ਇਹ ਮਾਨਤਾ ਕਿਹੜੇ ਕਮਿਸ਼ਨ ਦੁਆਰਾ ਦਿੱਤੀ ਗਈ ਸੀ, ਕਿਹੜੇ ਸਾਲ ਦੇ ਵਿੱਚ ਇਹ ਦਿੱਤੀ ਗਈ ਸੀ? ਤਾਂ ਆਨਸਰ ਹੈ 1882 ਬਟ ਕਮਿਸ਼ਨ ਦਾ ਨਾਮ ਕੀ ਹੈ? ਐਜੂਕੇਸ਼ਨ ਕਮਿਸ਼ਨ ਆਫ ਇੰਡੀਆ। ਕਦੋਂ ਦਿੱਤਾ ਗਿਆ ਸੀ? ਸਿੰਸ ਦਾ ਬ੍ਰਿਟਿਸ਼ ਰੂਲ, ਜਦੋਂ ਸਾਡੇ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਜਾਂ ਫਿਰ ਅੰਗਰੇਜ਼ ਸ਼ਾਸਕ ਦਾ ਰੂਲ ਚੱਲਦਾ ਸੀ, ਉਸ ਟਾਈਮ ਦੇ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਸੀ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ। ਠੀਕ ਹੈ, ਐਜੂਕੇਸ਼ਨ ਕਮਿਸ਼ਨ ਆਫ ਇੰਡੀਆ। ਉਹਨਾਂ ਨੇ ਕੀ ਦਿੱਤਾ ਸੀ ਕਿ ਫਿਜ਼ੀਕਲ ਐਜੂਕੇਸ਼ਨ ਇੰਡੀਆ ਦੇ ਵਿੱਚ ਵੀ ਉਹਨੂੰ ਮਾਨਤਾ ਦਿੱਤੀ ਜਾ ਸਕੇ। ਕਿਹੜੇ ਈਅਰ ਦੇ ਵਿੱਚ? 1982 ਦੇ ਵਿੱਚ ਉਹਨੂੰ ਮਾਨਤਾ ਦਿੱਤੀ ਗਈ ਸੀ। ਕੁਐਸਚਨ ਨੰਬਰ 21 ਮਾਈ ਨੈਕਸਟ ਕੁਐਸਚਨ ਇਜ਼ ਦੈਟ ਡਿਊਰਿੰਗ ਵਿਚ ਪੀਰੀਅਡ ਦੈਟ ਡਿਡ ਦ ਗੇਮ ਸਚ ਐਜ਼ हैंड फाइटिंग, मतलब कि मुर्गियां की फाइटिंग करवाना, पिजन फाइटिंग कबूतरा की फाइटिंग करवाना, विद क्राफ्ट कैटा बूस्ट मतलब की है जादू टूनिया का काम करवाना। ठीक है, एक किहड़े पीरियड दे विच स्टार्ट हो गया सी? ध्यान रखियो हमेशा जिन्हां ने योगा उत्ते बैन लगाया सी, ठीक है, योगा उत्ते बैन लगा दिता गया सी, उस पीरियड दे विच यह गेम्स भी शुरू करा दित्ती गई सी। किहड़ियां? तुहाडियां अपने हैंड फाइटिंग मुर्गियां की लड़ाई, पिजन फ्लाइंग मतलब कबूतर उड़ाना, एंड विद क्राफ्ट कैटाबूस मतलब जादू टूने वाला काम शुरू करना। उस गेम नू किहड़े ईयर दे विच कराया सी? ਉਹ ਈਅਰ ਦੇ ਵਿੱਚ ਜਿਸ ਟਾਈਮ ਯੋਗਾ ਦੇ ਵਿੱਚ ਉੱਤੇ ਬੈਨ ਲੱਗ ਗਿਆ ਸੀ, ਉਹ ਈਅਰ ਦਾ ਨਾਮ ਕੀ ਸਾਡੇ ਵਾਸਤੇ? ਮੁਸਲਿਮ ਪੀਰੀਅਡ। ਮੁਸਲਿਮ ਪੀਰੀਅਡ ਦੇ ਵਿੱਚ ਇੱਕ ਚੀਜ਼ ਉੱਤੇ ਬੈਨ ਲਗਾਇਆ ਗਿਆ, ਦੈਟਸ ਕਾਲ ਯੋਗਾ। ਯੋਗਾ ਉੱਤੇ ਬੈਨ ਲਗਾ ਦਿੱਤਾ ਗਿਆ, ਲੇਕਿਨ ਉਹਦੀ ਜਗ੍ਹਾ 'ਤੇ 3 ਗੇਮ ਸ਼ੁਰੂ ਕਰ ਦਿੱਤੇ ਗਈਆਂ। ਮੁਰਗੇ ਦੀ ਲੜਾਈ, ਪਿਜਨ ਫਾਈਟਿੰਗ ਫਲਾਈਂਗ ਜਾਂ ਫਾਈਟਿੰਗ, ਵਿਦ ਕਰਾਫਟ ਕੈਟਾਬੋਸ मतलब जादू टूनिया वर्गे गेमां नूं की दिता गया, हौसला दिता गया कि भी गेम होनी जरूरी ने। ठीक है, नैक्सट आओ, बहुत इंपॉर्टेंट क्वेश्चन है 22nd क्वेश्चन। द प्रिंसिपल ऑफ फिजिकल ट्रेनिंग वर फर्स्ट डिस्क्राइब बाय, ਇਹ ਕਿਹਨੇ ਦਿੱਤਾ ਸੀਗਾ? ਕਹਿੰਦਾ ਕੀ ਹੈ ਜਿਹੜਾ ਸਿਧਾਂਤ ਹੈ, ਕਾਹਦਾ ਸਿਧਾਂਤ? ਫਿਜ਼ੀਕਲ ਟ੍ਰੇਨਿੰਗ ਦਾ ਸਿਧਾਂਤ ਸਭ ਤੋਂ ਪਹਿਲਾਂ ਕਿਹਨਾਂ ਦੁਆਰਾ ਦੱਸਿਆ ਗਿਆ ਸੀਗਾ? ਤਾਂ ਆਪਸ਼ਨ ਹੈ, ਫਸਟ ਆਪਸ਼ਨ ਬਣਦੀ ਹੈ ਗੈਲਨ, ਸੈਕਿੰਡ ਆਪਸ਼ਨ ਬਣਦੀ ਹੈ ਪਲੇਟੋ, थर्ड ऑप्शन बनती है रूसो एंड लास्ट ऑप्शन बनती है अरिस्टोटल। ये ध्यान रखियो अरिस्टोटल का नाम ही सब तो पहला रखा जाता है, ये मेन फाउंडर से थोड़े अपने फिजिकल एजुकेशन के। क्वेश्चन नंबर 23 नैशनल स्पोर्ट्स पॉलिसी स्टार्टेड इन, ये तो ऑलरेडी पहले ही करवा चुके सी। ठीक है, प्लानिंग कदों स्टार्ट कर दी गई सी, कदों पॉलिसी सैटअप किए जाएंगे इंडिया के विच, ताकि इंडिया हरेक पॉलिसी का इंडिया का हरेक बंदा जो स्पोर्ट्स नाल जिहड़ा है बंदा है उस प्लानिंग नूं उस पॉलिसी नूं की कर सके, उस रूल और रेगुलेशन अकॉर्डिंग अपने जीवन दे सुधार सके, उस नूं बेस मान सके। तो पॉलिसी कदों स्टार्ट की गई सी? 1984 दे विच जदों पॉलिसी बनानी स्टार्ट की गई सी इंडिया दे विच। तो ऑप्शन है सिंस 1984। लास्ट सेकंड 24th क्वेश्चन, विच ऑफ दीज इज द कल्चर हेरिटेज ऑफ ह्यूमन्स, मतलब की है ਕਿਹੜੀ ਚੀਜ਼ ਜੋ ਬੰਦੇ ਦੇ ਮੁੱਢ ਤੋਂ ਜੁੜੀ ਹੋਈ ਹੈ, ਸ਼ੁਰੂ ਤੋਂ ਜੁੜੀ ਹੋਈ ਹੈ, ਜੋ ਸਾਨੂੰ ਵਿਰਾਸਤ 'ਚ ਮਿਲੀ ਹੋਈ ਹੈ। ਤਾਂ ਅਗਰ ਤੁਹਾਨੇ ਦੇਖਿਆ ਹੋਵੇ ਤਾਂ ਬੱਚੇ ਦੀ ਅਗਰ ਜੋ ਬੱਚਾ ਨਿਊ ਬੋਰਨ ਹੁੰਦਾ ਹੈ ਤਾਂ ਉਹ ਵੀ ਪਹਿਲੇ ਸ਼ੁਰੂਆਤ ਦੇ ਵਿੱਚ ਆਪਣੇ ਹੱਥਾਂ ਨਾਲ ਪੈਰਾਂ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ, ਚੀਜ਼ ਭਗਾ ਕੇ ਮਾਰਨ ਲੱਗ ਜਾਂਦਾ ਹੈ, ਜੋ ਸਾਡੇ ਵਾਸਤੇ ਕਾਰਾ ਇੱਕ ਚੀਜ਼ ਹੈ, ਸਪੋਰਟਸ ਦਾ ਹੀ ਪਾਰਟ ਹੈ। ਤੇ ਧਿਆਨ ਰੱਖਿਓ ਆਨਸਰ ਦੇ ਅਕੋਰਡਿੰਗ ਵੈਸੇ ਤਾਂ ਆਨਸਰ ਆਣਾ ਹੈ ਸਪੋਰਟਸ, ਲੇਕਿਨ ਕੁਐਸਚਨ ਜਿਹੜੀ ਆਪਸ਼ਨਾਂ ਪਾ ਰੱਖੀਆਂ ਨੇ ਉਹ ਕਿਹੜੀਆਂ ਨੇ? एजुकेशन नहीं, जब बच्चे ਨੂੰ ਬਾਅਦ 'ਚ ਮਿਲਦੀ ਹੈ, सब तो पहले तो बच्चा खेलता ही है, उस तो बाद लव एंड अफेक्शन प्यार, ठीक है, रिस्पैक्ट दी एल्डर्स ਵੱਡੇ ਦਾ ਸਤਿਕਾਰ, ਇਹ ਸਾਰੀ ਚੀਜ਼ਾਂ ਬੱਚੇ ਦੇ ਜਨਮ ਤੋਂ ਹੋਣ ਤੋਂ ਬਾਅਦ ਹੀ ਸਿੱਖੀ ਜਾਂਦੀਆਂ ਨੇ ਔਰ ਇਹਨੂੰ ਸਿਖਾਉਣ ਵਾਸਤੇ ਵੀ ਇੱਕ ਟ੍ਰੇਨਰ ਚਾਹੀਦਾ। ਲੇਕਿਨ ਜਿਹੜਾ ਸਪੋਰਟਸ ਹੈ ਉੱਥੇ ਬੱਚਾ ਇਕੱਲਾ ਵੀ ਖੇਲ ਸਕਦਾ, ਆਪਣੇ ਹੱਥਾਂ ਪੈਰਾਂ ਦੀ ਮੂਵਮੈਂਟ ਨਾਲ ਸਿੱਖਦਾ ਬੱਚਾ। ਠੀਕ ਹੈ, ਚੀਜ਼ ਨੂੰ ਭਗਾਉਂਦਾ, ਚੀਜ਼ ਨੂੰ ਗ੍ਰੈਬ ਕਰਦਾ, ਪਕੜਦਾ। ਠੀਕ ਹੈ, ਉਹ ਚੀਜ਼ਾਂ ਸਾਰੀ ਸਪੋਰਟਸ ਦਾ ਸੈਂਟਰ ਪਾਰਟ ਹੈ। ਮਤਲਬ ਕੁਐਸਚਨ ਕੀ ਸੀਗਾ ਕਿ ਕਿਹੜੀ ਚੀਜ਼ਾਂ ਸਾਡੇ कल्चर हेरिटेज नाल जुड़ी हुई है, मतलब कि जो सानू एक विरासत मिली हुई चीज़ है आदमी नू, बंदे नू, ह्यूमनस नू, वो किहड़ी चीज़ है साडे वास्ते? स्पोर्ट्स, जिहड़ा असीं की बोलदे हां खेडां बोलदे हां। नैक्सट आओ 25th क्वेश्चन, विच पीरियड इज कंसीडर्ड एज अ वैदिक पीरियड इन द एंशिएंट टाइम। क्वेश्चन एंशिएंट टाइम का आ गया और वैदिक पीरियड बारे पुछदा पिया है।
जो तुहाडे अपने हिस्टरी का पार्ट भी है, सोशल स्टडीज़ का पार्ट भी है। कहंदा विच पीरियड इज़ कंसीडर्ड एज अ वैदिक पीरियड। कहंदे एंशियंट टाइम दे विच किहड़े पीरियड नूं मतलब कि वैदिक पीरियड नूं किहड़े ईयर दे विच नोट कीता जांदा सी। तो ध्यान रखियो 1500 BC तो लैके 600 BC बिफोर क्रिस्ट बोलते इस चीज़ नूं BC नूं, ठीक है। तो यही 15 BC तो 600 BC जिहड़ा पीरियड साडे वास्ते किहड़ा पीरियड तुहाडे अपने वैदिक पीरियड नूं जो एंशियंट टाइम दे विच कंसीडर किया जाता है। वो पीरियड का नाम की है वैदिक पीरियड। और जिहड़ा पीरियड है वो किहड़ा साडे वास्ते 1500 BC तो लैके 600 BC तक दा, ठीक है जी। ये कुछ क्वेश्चन से तुहाडे सामने जो 4th वीडियो दे विच कवर किए गए ने। इस वीडियो के नीचे लास्ट डिस्क्रिप्शन बॉक्स के विच टैलीग्राम ग्रुप भी है बालाजी एजुकेशन पॉइंट का, ठीक है जी। उस तो बाद नैक्सट तुहाडा अपना टैलीग्राम ग्रुप के नाल WhatsApp ग्रुप भी बने हुए हैं। अगर किसी स्टूडेंट्स नूं कोई भी डाउट है तो उस ग्रुप में ज्वाइन करके अपना डाउट क्लीयर कर सकता है। आफ्टर दैन फिर भी अगर ग्रुप के अकॉर्डिंग डाउट नहीं क्लीयर हो रहा तो वो तुसी अपना इस नंबर के उत्ते अपना कॉन्टैक्ट करके चाहे सिलेबस से करेंगे या फिर कोई क्लास के अकॉर्डिंग है तो इस नंबर पर तुसी अपना कोई भी डाउट नूं की कर सकते हो, क्लैरिफाई कर सकते हो। क्लीयर है? थैंक यू सो मच बच्चे।